Lord everyone. Now we are going to look at the Word of God today. ਤੇ ਜੈ ਮਸੀਹ ਦੀ ਸਾਰਿਆਂ ਨੂੰ ਹੁਣ ਅਸੀਂ ਪਰਮੇਸ਼ਰ ਦੇ ਵਚਨ ਦੇ ਵੱਲ ਜਾਵਾਂਗੇ ਤੇ ਉਹਦੇ ਵੱਲ ਧਿਆਨ ਲਾਵਾਂਗੇ And I ਆਪਣਾ hope you have brought your Bibles and your notebooks with you today. ਤੇ ਮੇਰੀ ਪੂਰੀ ਉਮੀਦ ਹੈ ਕਿ ਤੁਹਾਡੇ ਕੋਲੇ ਜਿਹੜੀ ਬਾਈਬਲ ਹੈ ਉਹ ਤੁਹਾਡੇ ਹੱਥਾਂ ਦੇ ਵਿੱਚ ਹੈ ਤੇ ਜੋ ਵੀ ਨੋਟਿਸ ਬਣਾਉਣ ਵਾਲੀ ਕਾਪੀ ਹੈ। How many if I ask you one question? How many of you want to get closer to God? ਤੇ ਕਿੰਨਿਆਂ ਦੇ ਮਨਾਂ ਦੇ ਵਿੱਚ ਪ੍ਰੈਸ਼ਰ ਆਉਂਦਾ ਤੇ ਕਿੰਨੇ ਚਾਹੁੰਦੇ ਆ ਕਿ ਅਸੀਂ ਪਰਮੇਸ਼ਰ ਦੇ ਕਰੀਬ ਜਾਈਏ। Just put your hands up. How many of you want to ਆਪਣੇ get ਹੱਥ ਖੜੇ closer? ਕਰੋ ਜਿਹੜੇ ਚਾਹੁੰਦੇ ਕਿ ਅਸੀਂ ਪਰਮੇਸ਼ਰ ਦੇ ਕਰੀਬ ਜਾਈਏ। Okay. One of you can answer me. What do you do to get closer to God? ਤੇ ਕੋਈ ਵੀ ਇੱਕ ਜਣਾ ਉੱਤਰ ਦੇ ਸਕਦਾ ਵੀ ਅਸੀਂ ਖੁਦਾ ਦੇ ਕੋਲੇ ਜਾਣ ਦੇ ਲਈ ਕੀ ਕਰ ਸਕਦੇ ਹਾਂ। Can give 1 point each. Everybody put your hands up so you can answer one question. ਤੇ ਸਾਰਿਆਂ ਨੇ ਹੱਥ ਖੜੇ ਕੀਤੇ ਸੀ ਹੁਣ ਕੋਈ ਵੀ ਇੱਕ ਜਣਾ ਕੋਈ ਇੱਕ ਉੱਤਰ ਦੇ ਸਕਦਾ। Yeah. Yes. Yes. बस एक्सेप्ट करना और दूसरा फॉलो करना। Good. Next. Someone? जो भी बाइबल से दस्ते हैं उस सीजन में चार के पास जैसे खुदा मेरे जा This side is quiet. No, no. उनका काय कहना जैसा खुदा दस्या के नंबर रहना जैसा खुदा से उस तरह रहना चाहिए पूरी तरह। Anybody wants to answer or shall I? सच्चाई और आत्मा नाल की आराधना करते हैं। Good. Good. I'm just going to give you a little bit of few points just for you to help you out, okay? ਤੇ ਮੈਂ ਕੁਝ ਜਿਹੜੇ ਪੁਆਇੰਟ ਤੁਹਾਨੂੰ ਲਿਖਾਵਾਂਗਾ ਦੱਸਾਂਗਾ ਕਿ ਤੁਹਾਡੀ ਮਦਦ ਹੋ ਸਕੇ ਇਹਦੇ ਵਿੱਚ। You see, knowing this Bible is one thing. ਇਸ ਪਰਮੇਸ਼ਰ ਦੇ ਵਚਨ ਨੂੰ ਬਾਈਬਲ ਨੂੰ ਜਾਣਨਾ ਇੱਕ ਵੱਖਰੀ ਗੱਲ ਹੈ, ਇੱਕ ਗੱਲ ਹੈ ਵੀ। But knowing the author of this Bible is another thing. ਤੇ ਇਸ ਜਿਹੜਾ ਇਸ ਬਾਈਬਲ ਨੂੰ ਲਿਖਣ ਵਾਲਾ ਇੱਕ ਉਹਦਾ ਜਿਹੜਾ ਲੇਖਕਾਰ ਕਹਿ ਸਕਦੇ ਜਿਹਨੂੰ ਆਪਾਂ, ਠੀਕ ਹੈ, ਉਹਨੂੰ ਜਾਣਨਾ ਇੱਕ ਵੱਖਰੀ ਗੱਲ। You could have the biggest Bible with you, big fat Bible. ਤੁਹਾਡੇ ਕੋਲ ਮੋਟੀ ਤੋਂ ਮੋਟੀ, ਵੱਡੀ ਤੋਂ ਵੱਡੀ ਬਾਈਬਲ ਹੈ ਜਿਹੜੀ ਹੋ ਸਕਦੀ You ਹੈ। could carry it around, everybody would be impressed with you, thinking you got a big Bible. ਤੇ ਤੁਸੀਂ ਹੋ ਸਕਦਾ ਉਸ ਬਾਈਬਲ ਨੂੰ ਆਸ-ਪਾਸ ਲੈ ਕੇ ਵੀ ਜਾਓ, ਵੱਡੀ ਬਾਈਬਲ ਹੈ, ਠੀਕ ਹੈ, ਲੋਕ ਦੇਖਣਗੇ ਤੇ ਹੋ ਸਕਦਾ ਤੁਸੀਂ ਲੋਕਾਂ ਨੇ ਇੰਪ੍ਰੈਸ ਵੀ ਕਰ ਲਓ ਕਿੰਨੀ ਵੱਡੀ ਬਾਈਬਲ ਹੈ ਤੁਹਾਡੇ ਕੋਲ। You could be reading the Bible, ਹੋ ਸਕਦਾ ਤੁਸੀਂ ਪੜ੍ਹਦੇ ਵੀ ਹੋਵੋਗੇ, but if you do not understand what it means, ਅਗਰ ਤੁਸੀਂ ਉਸ ਦੇ ਵਿੱਚ ਜੋ ਲਿਖਿਆ ਉਹਨੂੰ ਸਮਝ ਨਹੀਂ ਪਾਓਗੇ and you do not put it into practice, ਤੇ ਜੇ ਤੁਸੀਂ ਉਹਨੂੰ ਪ੍ਰੈਕਟਿਸ ਦੇ ਵਿੱਚ ਨਹੀਂ ਪਾਓਗੇ, ਅਭਿਆਸ ਦੇ ਵਿੱਚ ਨਹੀਂ it ਪਾਓਗੇ, is of no use to you. ਤੇ ਫਿਰ ਉਹਦਾ ਕੋਈ ਵੀ ਕੰਮ ਨਹੀਂ The ਹੈ। most important thing is understanding what God is saying ਪਹਿਲੀ ਚੀਜ਼ ਹੈ ਜਿਹੜੀ ਕਿ ਉਹਦੀ ਸਮਝ ਰੱਖੋ ਜੋ ਪਰਮੇਸ਼ਰ ਤੁਹਾਨੂੰ ਕਹਿ ਰਿਹਾ ਹੈ, and putting that into practice. ਤੇ ਦੂਸਰੀ ਵੀ ਚੀਜ਼ ਕੀ ਹੈ, ਉਹਨੂੰ ਅਭਿਆਸ ਦੇ ਵਿੱਚ ਵੀ ਪਾਓ ਆਪਣੀ ਰੁਟੀਨ ਜ਼ਿੰਦਗੀ Most of the time people want to just share it, ਤੇ ਕਈ ਵਾਰ ਜਿਹੜੇ ਜ਼ਿਆਦਾ ਲੋਕ ਨੇ ਸਿਰਫ ਸ਼ੇਅਰ ਕਰਨੇ ਜਾਣਦੇ they ਆ get excited about it, ਤੇ ਉਹ ਉਤਸ਼ਾਹ ਵੀ ਹੋ ਜਾਂਦਾ ਹੈ ਕਿ ਹਾਂ ਇਹ ਪਰਮੇਸ਼ਰ ਦਾ ਵਚਨ they ਸੁਣਦਾ say we know it all, ਤੇ ਉਹ ਇਹ ਵੀ ਕਹਿੰਦੇ ਆ ਕਿ ਮੈਨੂੰ ਸਭ ਕੁਝ ਹੀ ਪਤਾ ਇਹਦੇ ਬਾਰੇ। but when you look at their life, nothing reflects of the Bible. ਤੇ ਪਰ ਜਦੋਂ ਅਸੀਂ ਉਹਨਾਂ ਦੀ ਜ਼ਿੰਦਗੀ ਨੂੰ ਦੇਖਦੇ ਹਾਂ, ਉਹਦੇ ਵੱਲ ਧਿਆਨ ਲਾਉਣਾ ਤੇ ਉਹਦੇ ਵਿੱਚ ਕੋਈ ਵੀ ਇਦਾਂ ਦੀ ਗੱਲਬਾਤ ਨਹੀਂ ਹੁੰਦੀ। So when somebody looks at you, you need to reflect what? ਤੇ ਇਸੇ ਤਰ੍ਹਾਂ ਸਾਨੂੰ ਵੀ ਅਗਰ ਸਾਡੇ ਵੱਲ ਕੋਈ ਦੇਖੇ ਤਾਂ ਉਹਦੇ ਉੱਤੇ ਉਸ ਜਿਹੜਾ ਰਿਫਲੈਕਟ ਆ, ਉਹਦਾ ਜਿਹੜਾ ਧਿਆਨ ਸਾਡੇ ਵੱਲ ਹੋਵੇ ਕਿ ਹਾਂ ਇਹ ਵਾਕਈ ਵਚਨ ਦੇ ਵਿੱਚ। Amen? ਆਮੇਨ। First, let's talk about meet with God before anyone else. ਪਹਿਲੀ ਚੀਜ਼ ਹੈ, ਜਿਹੜਾ ਪਹਿਲਾ ਪੁਆਇੰਟ ਹੈ ਉਹ ਇਹ ਹੈ ਕਿ ਸਭ ਤੋਂ ਪਹਿਲਾਂ ਪਰਮੇਸ਼ਰ ਨੂੰ ਮਿਲੋ ਬਜਾਏ ਕਿਸੇ ਹੋਰ ਦੇ, And make him your first priority. ਤੇ ਉਸੇ ਨੂੰ ਹੀ ਤੁਹਾਡੀ ਪਹਿਲੀ ਅਹਿਮੀਅਤ ਹੈ ਜਿਹੜੀ ਪਹਿਲੇ ਆਧਾਰ ਤੇ ਬਣਾਓ। How many of you get up in the morning and make Jesus your priority? ਕਿੰਨੇ ਜਣੇ ਜਿਹੜੇ ਸਵੇਰੇ ਉੱਠਣ ਸਾਰ ਪ੍ਰਭੂ ਯਿਸੂ ਮਸੀਹ ਨੂੰ ਪਹਿਲੀ ਪ੍ਰਾਇੋਰਟੀ ਦਿੰਦੇ ਆ? How many of you make Jesus priority during your whole day? ਤੇ ਕਿੰਨੇ ਜਣੇ ਜਿਹੜੇ ਪ੍ਰਭੂ ਯਿਸੂ ਮਸੀਹ ਨੂੰ ਅਹਿਮੀਅਤ ਦਿੰਦੇ ਆ ਪੂਰਾ ਦਿਨ? Good. All of you are doing very well, so I think I need to stop preaching soon. ਮੈਨੂੰ ਲੱਗਦਾ ਕਿ ਤੁਹਾਨੂੰ ਸਭ ਨੂੰ ਸਭ ਕੁਝ ਪਤਾ ਤੇ ਮੈਂ ਪ੍ਰਚਾਰ ਸ਼ੁਰੂ ਕਰਾਂਗਾ Because you're all good students so far. ਕਿਉਂਕਿ ਤੁਸੀਂ ਇੱਕ ਅੱਛੇ ਜਿਹੜੇ ਬੱਚੇ ਬਣ ਗਏ, ਸਟੂਡੈਂਟ So I hope the people that are watching online that you also are following up with these guys over here. ਤੇ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਜਿੰਨੇ ਵੀ ਆਨਲਾਈਨ ਭੈਣ ਭਰਾ ਦੇਖ ਰਹੇ ਨੇ, ਉਹ ਵੀ ਜੋ ਇਹਨਾਂ ਨੇ ਕਿਹਾ ਆਪਣੇ ਚਰਚ ਦੇ ਵਿੱਚ ਬੈਠਿਆਂ ਨੇ, ਤੁਸੀਂ ਵੀ ਉਸੇ ਤਰ੍ਹਾਂ ਹੀ ਕਰ ਰਹੇ ਹੋ। So I forgot to ask you, do you keep Jesus as the first priority in your life? ਕਿ ਮੈਂ ਤੁਹਾਨੂੰ ਵੀ ਪੁੱਛਣਾ ਭੁੱਲ ਗਿਆ ਕਿ ਪ੍ਰਭੂ ਯਿਸੂ ਮਸੀਹ ਨੂੰ ਵੀ ਤੁਸੀਂ ਪਹਿਲੀ ਆਧਾਰ ਤੇ ਰੱਖਿਆ ਹੋਇਆ ਆਪਣੀ ਜ਼ਿੰਦਗੀ ਦੇ ਵਿੱਚ ਜੋ ਆਨਲਾਈਨ You ਬੈਠੇ can answer your question yourself. ਤੇ ਤੁਸੀਂ ਆਪਣੇ ਆਪ ਨੂੰ ਇਹ ਕੁਐਸਚਨ ਪੁੱਛੋ ਤੇ ਉਹਦਾ ਉੱਤਰ ਦਿਓ। Okay? So to put Jesus, to put God first in priority, what must you do? ਤੇ ਪ੍ਰਭੂ ਯਿਸੂ ਮਸੀਹ ਨੂੰ ਪਹਿਲੇ ਆਧਾਰ ਤੇ ਰੱਖਣ ਦੇ ਲਈ ਤੁਸੀਂ ਕੀ ਕਰ ਸਕਦੇ ਹੋ? You need to have a plan. ਤੇ ਤੁਹਾਨੂੰ ਇੱਕ ਪ੍ਰੋਪਰ ਪਲਾਨ ਦੀ ਜ਼ਰੂਰਤ ਹੈ। How many of you have a plan? ਕਿੰਨੇ ਜਣਿਆਂ ਕੋਲ ਪਲਾਨ ਹੈਗਾ? First thing in the morning, you need to have a plan. What do I got to do? ਤੇ ਪਹਿਲਾ ਜਿਹੜਾ ਪਲਾਨ ਉਹ ਤੁਹਾਡਾ ਇਹ ਹੋਣਾ ਚਾਹੀਦਾ ਕਿ ਸਵੇਰੇ ਉੱਠਣਾ ਅਸੀਂ ਕੀ ਕਰਨਾ। The first thing you get up, what do you say? The first thing you get up, what do you say? ਜਦੋਂ ਤੁਸੀਂ ਸਵੇਰੇ ਉੱਠੋ ਪਹਿਲਾ ਲਫ਼ਜ਼ ਉਹ ਕੀ ਹੋਣਾ ਚਾਹੀਦਾ? You can shout out. ਖੁਦਾ ਧੰਨਵਾਦ। Yes, good. ਥੈਂਕਸ ਟੂ ਗॉड। Yeah.
That is the first thing we're doing, yeah? And then he follows up with what you want to do, how you want to put God in your life, what does it mean in your life. ਇਹੀ ਪੁਆਇੰਟ ਹੈ ਜਿਹੜਾ ਉਸ ਤੋਂ ਬਾਅਦ ਹੌਲੀ ਹੌਲੀ ਕੀ ਹੈ ਤੁਹਾਡੀ ਜ਼ਿੰਦਗੀ 'ਚ ਕੰਮ ਕਰੇ ਤੇ ਉਸ ਨੂੰ ਕੀ ਹੈ ਪਹਿਲੇ ਨੰਬਰ ਤੇ ਰੱਖਣ ਦੀ ਕੋਸ਼ਿਸ਼ ਕਰੇਗਾ। Yeah. So the important thing in your life that God needs to be the first priority. ਤੇ ਸਭ ਤੋਂ ਜ਼ਿਆਦਾ ਜ਼ਰੂਰੀ ਤੁਹਾਡੀ ਜ਼ਿੰਦਗੀ ਦੇ ਵਿੱਚ ਇਹੋ ਹੋਣ ਦੀ ਜ਼ਰੂਰਤ ਹੈ ਇਸ ਸਮੇਂ ਵਿੱਚ ਕਿ ਪ੍ਰਭੂ ਯਿਸੂ ਮਸੀਹ ਤੁਹਾਡੇ ਪਹਿਲ ਦੇ ਆਧਾਰ ਤੇ ਹੋਣ ਤੁਹਾਡੀ ਜ਼ਿੰਦਗੀ It's ਵਿੱਚ। also make sure that you are giving him the best. ਤੇ ਇਹ ਵੀ ਜ਼ਿਆਦਾ ਜ਼ਰੂਰੀ ਹੈ ਕਿ ਤੁਸੀਂ ਆਪਣਾ ਜਿਹੜਾ ਬਿਹਤਰ ਹੈ ਚੰਗਾ ਹੈ ਉਹ ਉਹਨੂੰ ਦੇ ਰਹੇ ਹੋ। Some people say I can only pray when I come back from work. ਤੇ ਕਈ ਭੈਣ ਭਰਾ ਇਦਾਂ ਦੇ ਕਈ ਕਹਿ ਦਿੰਦੇ ਕਿ ਅਸੀਂ ਪ੍ਰਾਰਥਨਾ ਕਰਦੇ ਜਦੋਂ ਅਸੀਂ ਘਰ ਵਾਪਸ ਆਉਣੇ ਕੰਮ But what happens when you come back from work? You're tired, ਕਿਉਂਕਿ ਜਦੋਂ ਤੁਸੀਂ ਕੰਮ ਤੋਂ ਵਾਪਸ ਆਉਣਾ ਤੁਸੀਂ ਉਸ ਸਮੇਂ ਥੱਕੇ ਹੁੰਦੇ ਹੋ and then you sit down to pray. ਤੇ ਫਿਰ ਤੁਸੀਂ ਉਸ ਸਮੇਂ ਬੈਠਦੇ ਹੋ ਤੇ You ਪ੍ਰਾਰਥਨਾ sit ਕਰਦੇ down ਹੋ to do your praise and your worship and read the word. ਤੇ ਫਿਰ ਉਸ ਸਮੇਂ ਤੁਸੀਂ ਕੀ ਪ੍ਰਾਰਥਨਾ ਕਰਦੇ ਹੋ ਵਰਸ਼ਿਪ ਕਰਦੇ ਹੋ ਤੇ ਪਰਮੇਸ਼ਰ ਦਾ You ਵਚਨ start ਪੜ੍ਹਦੇ this way, ਹੋ ਤੇ ਤੁਸੀਂ ਉਸ ਸਮੇਂ ਉਸ ਤਰੀਕੇ ਸ਼ੁਰੂ ਕਰਦੇ ਹੋ and 2 minutes later you're going this way. ਤੇ ਫਿਰ 2 ਮਿੰਟਾਂ ਬਾਅਦ ਤੁਸੀਂ ਕੀ ਹੈ ਜਿਵੇਂ ਪਾਸੇ ਡਾਗੋ ਹੋਏ ਇਸ ਤਰ੍ਹਾਂ ਹੋ ਜਾਂਦੇ ਹੋ। I've seen many people do that ਮੈਂ ਬੜਿਆਂ ਨੂੰ ਦੇਖਿਆ ਇਸ because you are tired. ਕਿਉਂਕਿ ਉਹ ਥੱਕੇ ਹੁੰਦੇ ਨੇ। So you have to find the right time when you can give God the best. ਤੇ ਤੁਹਾਨੂੰ ਇੱਕ ਸਹੀ ਸਮਾਂ ਰੱਖਣ ਦੀ ਜ਼ਰੂਰਤ ਹੈ ਆਪਣੀ ਜ਼ਿੰਦਗੀ ਦੇ ਵਿੱਚ ਕਿ ਕਿਸ ਸਮੇਂ ਮੈਨੂੰ ਉਹ ਚੀਜ਼ ਕਰਨੀ ਚਾਹੀਦੀ ਹੈ। Can you imagine today if I put Jagjivan as God? He's going to act the role as God. Yeah. Say if Jagjivan was God today. ਤੇ ਹੁਣ ਆਪਾਂ ਇੱਕ ਐਗਜ਼ਾਮਪਲ ਲਵਾਂਗੇ ਕਿ ਜਗਜੀਵਨ ਉਹ ਕਿ ਚਲੋ ਰੱਬ ਹੈ। Yeah. And we all are coming towards him to praise him, to thank him, and all of a sudden we're all falling asleep. ਤੇ ਹੁਣ ਅਸੀਂ ਉਹਦੇ ਕੋਲੇ ਇੱਕ ਦੇਖੋ ਅਸੀਂ ਰੱਬ ਦੀ ਐਗਜ਼ਾਮਪਲ ਇੱਕ ਰੱਬ ਹੈ ਅਸੀਂ ਉਹਦੇ ਕੋਲੇ ਜਾਈਏ ਉਹਦੀ ਮਹਿਮਾ ਦੇ ਲਈ ਉਹਦੀ ਵਰਸ਼ਿਪ ਕਰਨ ਦੇ ਲਈ ਜਾਈਏ ਤੇ ਉਹਦੇ ਮੂਹਰੇ ਜਾ ਕੇ ਅਸੀਂ ਡਿੱਗੀ ਜਾਈਏ। What do you feel, Jagjivan? ਫਿਰ ਜਗਜੀਵਨ ਨੂੰ ਕਿੱਦਾਂ ਲੱਗੂਗਾ? बुरा लगेगा. If I was in his place, something else would happen. ਤੇ ਜੇ ਮੈਂ ਉਹਦੀ ਜਗ੍ਹਾ ਤੇ ਤਾਂ ਫਿਰ ਮੈਨੂੰ ਕੁਝ ਹੋਰ ਹੋਣਾ ਸੀ। Everyone you would feel the same, isn't it? ਤੁਹਾਨੂੰ ਵੀ ਜਿਹਨਾਂ ਦੇ ਸਾਹਮਣੇ ਅਗਰ ਅਸੀਂ ਕੁਝ ਵੀ ਇਦਾਂ ਦੀ ਗੱਲਬਾਤ ਕਰਾਂਗੇ ਸਭ ਨੂੰ ਉਦਾਂ ਦਾ ਹੀ ਫੀਲ ਹੋਣਾ ਸੀ। Always try and switch your place with God and see how you feel. ਤੇ ਹਮੇਸ਼ਾ ਆਪਣੇ ਆਪ ਨੂੰ ਕਦੇ ਰੱਬ ਦੀ ਜਗ੍ਹਾ ਰੱਖ ਕੇ ਜੋ ਤੁਸੀਂ ਕਰ ਰਹੇ ਹੋ ਰੱਬ ਦੇ ਨਾਲ ਉਹ ਚੀਜ਼ ਕਰਕੇ ਆਪਣੇ ਆਪ ਨੂੰ ਦੇਖੋ ਤੇ ਦੇਖੋ ਫਿਰ ਕਿਸ ਤਰ੍ਹਾਂ ਦਾ ਤੁਹਾਨੂੰ You're in desperate need for something, for prayer in your life. ਤੇ ਫਿਰ ਉਸ ਸਮੇਂ ਕੁਝ ਖਾਸ ਚੀਜ਼ ਦੀ ਜ਼ਰੂਰਤ ਹੈ ਤੁਹਾਡੀ ਪ੍ਰਾਰਥਨਾ ਦੇ ਵਿੱਚ। And God said to you, oh, I'm feeling a bit tired now. I want my break. Come back 1 hour later. ਤੇ ਜੇ ਤੁਸੀਂ ਉਸ ਸਮੇਂ ਪ੍ਰਾਰਥਨਾ ਕਰਨ ਗਏ ਤੇ ਪਰਮੇਸ਼ਰ ਤੁਹਾਨੂੰ ਕਹੇ ਕਿ ਹਜੇ ਨਹੀਂ ਬਾਅਦ ਦੇ ਵਿੱਚ ਅਸੀਂ 1 ਘੰਟਾ ਬ੍ਰੇਕ ਲੈ ਲਾਂ You wouldn't be happy, would you? ਤੇ ਫਿਰ ਤੁਸੀਂ ਖੁਸ਼ ਤਾਂ ਨਹੀਂ ਹੋਵੋਗੇ ਨਾ ਜੇ ਇਦਾਂ ਦਾ ਪਰਮੇਸ਼ਰ ਸਾਨੂੰ ਕਹੇ। But we do that to God. ਪਰ ਅਸੀਂ ਪਰਮੇਸ਼ਰ ਦੇ ਨਾਲ ਇਦਾਂ ਹੀ ਕਰਦੇ ਹਾਂ। So today we are looking at how we can, the first priority, how we can put God first. ਤੇ ਹੁਣ ਅਸੀਂ ਦੇਖ ਰਹੇ ਹਾਂ ਅੱਜ ਕਿ ਅਸੀਂ ਪਰਮੇਸ਼ਰ ਨੂੰ ਪਹਿਲ ਦੇ ਆਧਾਰ ਤੇ ਕਿਸ ਤਰ੍ਹਾਂ ਰੱਖ ਸਕਦੇ ਹਾਂ। Okay, second point I want to do is study the word. ਤੇ ਅਸੀਂ ਹੁਣ ਦੂਸਰੇ ਪੁਆਇੰਟ ਦੇ ਵੱਲ ਝਾਤੀ ਮਾਰਾਂਗੇ ਉਹਦੇ ਵਿੱਚ ਦੇਖਾਂਗੇ ਕਿ ਪਰਮੇਸ਼ਰ ਦੇ ਬਚਨ ਨੂੰ ਸਿੱਖਣਾ ਦੇਖਣਾ ਉਹਦੀ ਸਟੱਡੀ ਕਰਨਾ। Why did God tell Joshua ਤੇ to ਕਿਉਂ ਜਿਹੜਾ ਪ੍ਰਭੂ ਪਰਮੇਸ਼ਰ ਨੇ ਯਸ਼ੋਆ ਨੂੰ ਕਿਹਾ ਸੀਗਾ in Joshua 1:8? ਯਸ਼ੋਆ ਦੀ ਕਿਤਾਬ ਆ ਜਿਹੜੀ ਉਹਦੀ 1:8 ਦੇ ਵਿੱਚ God told Joshua, be careful to obey all the law my servant Moses gave you, and not to turn away from it, to the left or to the right. ਤੇ ਉਸ ਸਮੇਂ ਕਿਹਾ ਸੀ ਕਿ ਜਿਹੜੀ ਪਰਮੇਸ਼ਰ ਨੇ ਯਸ਼ੋਆ ਨੂੰ ਕਿਹਾ ਸੀਗਾ ਕਿ ਜੋ ਵੀ ਵਿਵਸਥਾ ਦੀ ਪੋਥੀ ਮੇਰੇ ਦਾਸ ਮੂਸਾ ਨੇ ਤੈਨੂੰ ਦਿੱਤੀ ਹੈ ਤੂੰ ਉਹਦੇ ਉੱਤੇ ਕੀ ਆ ਧਿਆਨ ਲਾ ਕੇ ਰੱਖੀ। See, Jesus is revealed in the scriptures, both in the Old Testament and the New Testament. ਕਿਉਂਕਿ ਪਰਮੇਸ਼ਰ ਨੇ ਪ੍ਰਭੂ ਯਿਸੂ ਮਸੀਹ ਨੇ ਦੇਖਿਆ ਕਿ ਜਿਹੜਾ ਵੀ ਵਚਨ ਅਸੀਂ ਦੇਖ ਰਹੇ ਹਾਂ ਉਹ ਨਵੇਂ ਨੇਮ ਦੇ ਵਿੱਚ ਤੇ ਪੁਰਾਣੇ ਨੇਮ ਦੇ ਵਿੱਚ ਦੋਨੇ ਪਾਸੇ ਹੀ ਉਹਨਾਂ ਦਾ ਪ੍ਰਕਾਸ਼ ਸਾਨੂੰ ਦਿੰਦਾ ਹੈ। The Bible isn't just a book. ਬਾਈਬਲ ਹੈ ਜਿਹੜੀ ਇੱਕ ਸਿਰਫ ਕਿਤਾਬ ਨਹੀਂ ਹੈਗੀ। Just people just turn to it to know who is God. Oh, I'm just going to read the Bible. ਤੇ ਇਹ ਨਹੀਂ ਹੈਗਾ ਕਿ ਹਾਂ ਕੌਣ ਪਰਮੇਸ਼ਰ ਚਲੋ ਦੇਖੀਏ ਇਹਦੇ ਵਿੱਚ। The Bible is alive and active. ਕਿਉਂਕਿ ਜਿਹੜੀ ਬਾਈਬਲ ਹੈ ਉਹ ਜ਼ਿੰਦਗੀ ਹੈ ਤੇ ਜੀਵਨ ਹੈ ਇੱਕ ਤਰ੍ਹਾਂ ਦਾ। And God uses our time reading it to convict us. ਤੇ ਪਰਮੇਸ਼ਰ ਕੀ ਹੈ ਸਾਡੇ ਨਾਲ ਜਦੋਂ ਅਸੀਂ ਇਹਨੂੰ ਪੜ੍ਹਦੇ ਹਾਂ ਉਹ ਸਾਡੇ ਨਾਲ ਇੱਕ ਗੱਲਬਾਤ ਕਰਦਾ ਹੈ ਜਦੋਂ ਅਸੀਂ ਬਾਈਬਲ ਨੂੰ What do ਪੜ੍ਹਦੇ you ਹਾਂ। understand by God convicts us when you read the Bible? ਕੀ ਤੁਸੀਂ ਸਮਝਦੇ ਹੋ ਕਿ ਜਦੋਂ ਤੁਸੀਂ ਪਰਮੇਸ਼ਰ ਦੇ ਵਚਨ ਨੂੰ ਪੜ੍ਹਦੇ ਹੋ ਪਰਮੇਸ਼ਰ ਤੁਹਾਡੇ ਨਾਲ ਗੱਲਬਾਤ ਕਰ You ਰਿਹਾ could ਵਚਨ ਦੇ be ਨਾਲ। doing something sinful, ਅਗਰ ਤੁਸੀਂ ਕੁਝ ਪਾਪ ਕਰ ਰਹੇ ਹੋ and you read in the Bible that God said, I am a holy God. ਤੇ ਅਗਰ ਤੁਸੀਂ ਬਾਈਬਲ ਪੜ੍ਹ ਰਹੇ ਹੋ ਤੇ ਪਰਮੇਸ਼ਰ ਕਹਿ ਰਿਹਾ ਕਿ ਮੈਂ ਪਵਿੱਤਰ ਖੁਦਾ। All of a sudden the Holy Spirit inside you will bring conviction to think that's wrong what I am doing.
ਤੇ ਫਿਰ ਉਸੇ ਸਮੇਂ ਪਵਿੱਤਰ ਆਤਮਾ ਤੁਹਾਡੇ ਵਿੱਚ ਹੈ ਤੇ ਉਹ ਤੁਹਾਨੂੰ ਅਹਿਸਾਸ ਕਰਾਏਗੀ ਕਿ ਜੋ ਤੂੰ ਕਰ ਰਿਹਾ ਹੋ ਗਲਤ ਹੈ, ਜੋ ਵਚਨ ਕਹਿ ਰਿਹਾ ਹੋ ਸਹੀ ਹੈ। So when you start to read and meditate on the word, whatever is wrong, that word washes and cleanses it. ਤੇ ਜਦੋਂ ਤੁਸੀਂ ਉਹਨੂੰ ਪੜ੍ਹ ਕੇ ਆਪਣਾ ਪੂਰਾ ਧਿਆਨ ਜਿਹੜਾ ਵਚਨ ਦੇ ਵੱਲ ਲਾਉਣੇ ਹੋ ਤਾਂ ਫਿਰ ਉਹ ਜਿਹੜੀ ਹੈ ਪਾਕ ਰੂਪ ਪਵਿੱਤਰ ਆਤਮਾ ਤੁਹਾਨੂੰ ਅੰਦਰ ਤੋਂ ਸਾਫ਼ ਕਰਨਾ ਸ਼ੁਰੂ ਕਰ ਦਿੰਦੀ ਹੈ। See, Apostle Paul, he knew the value of studying the Bible. ਤੇ ਜਿਹੜਾ ਪੌਲਸ ਰਸੂਲ ਸੀ ਉਹਨੂੰ ਬਾਈਬਲ ਦੀ ਸਟੱਡੀ ਦਾ ਪਤਾ ਸੀਗਾ ਕਿ ਕਿਉਂ ਜ਼ਰੂਰੀ ਹੈ। So he taught Timothy, the young man that he was training. ਤੇ ਉਹਨੇ ਤਿਮੋਥੀਸ ਜਿਹੜਾ ਉਸ ਸਮੇਂ ਦਾ ਯੰਗ ਪਾਸਟਰ ਸੀਗਾ ਜਿਹਨੂੰ ਅਸੀਂ ਕਹਿੰਦੇ ਆ, ਠੀਕ ਹੈ, ਉਹਨੇ ਸਿਖਾਇਆ। He spoke in 2 Timothy 3, chapter 3, verse 16. 2 ਤਿਮੋਥੀਸ ਉਹਦੀ 3:16 ਦੇ ਵਿੱਚ ਜਿਵੇਂ ਦੱਸਿਆ ਗਿਆ ਹੈ, He says, all scripture is God breathed. ਤੇ ਜਿੰਨੀਆਂ ਵੀ ਜਿਹੜੀਆਂ ਮਤਲਬ ਆਇਤਾਂ ਦੇ ਵਿੱਚ ਲਿਖੀਆਂ ਨੇ ਉਹ ਪਰਮੇਸ਼ਰ ਦੇ ਦੁਆਰਾ ਬੋਲੇ ਗਈਆਂ ਨੇ। And it is useful for teaching, ਤੇ ਇਹ ਬਹੁਤ ਜਿਹੜੀਆਂ ਜ਼ਰੂਰੀ ਨੇ ਜਦੋਂ ਤੁਸੀਂ ਕਿਸੇ ਨੂੰ ਸਿਖਾਉਣੇ ਹੋ। for rebuking, ਸਿੱਖਿਆ ਦਿੰਦੇ ਨੇ, ਤਾੜਨਾ ਕਰਦੇ ਆ correcting and training in righteousness, ਤੇ ਸੁਧਾਰਦੇ ਆ ਤੇ ਧਰਮ ਦੇ ਵਿੱਚ ਗਿੜਗੜਾਉਣ ਲਈ ਇੱਕ ਗੁਣਕਾਰ ਨੂੰ ਪੈਦਾ ਕਰਦੇ ਆ, so that the servant of God may be truly equipped for every good work. ਤਾਂ ਕਿ ਪਰਮੇਸ਼ਰ ਦਾ ਬੰਦਾ ਇੱਕ ਕਾਬਲ ਹੋਵੇ ਅਤੇ ਹਰੇਕ ਭਲੇ ਕੰਮ ਲਈ ਤਿਆਰ ਕੀਤਾ ਜਾ ਸਕੇ। So the word of God is used for what? ਹੁਣ ਪਰਮੇਸ਼ਰ ਦਾ ਵਚਨ ਕਿਸ ਲਈ ਯੂਜ਼ ਕੀਤਾ ਜਾਂਦਾ For ਹੈ? teaching, ਉਹ ਸਿੱਖਿਆ ਦੇ ਲਈ, rebuking, ਤਾੜਨ ਦੇ ਲਈ, correcting, ਸੁਧਾਰਨ ਦੇ ਲਈ training in righteousness. ਤੇ ਧਰਮ ਦੇ ਲਈ ਇੱਕ ਸਿੱਖਿਆ ਦੇ ਤਰੀਕੇ ਨਾਲ ਉਹਨੂੰ ਯੂਜ਼ ਕੀਤਾ ਜਾਂਦਾ ਹੈ। Amen. ਆਮੇਨ। Let's look at one more point. ਤੇ ਹੁਣ ਇੱਕ ਹੋਰ ਪੁਆਇੰਟ ਦੇਖਾਂਗੇ ਅਸੀਂ। Prayer. Prayer should be your first priority. ਤੇ ਪ੍ਰਾਰਥਨਾ ਦੇ ਵੱਲ ਦੇਖਾਂਗੇ ਕਿ ਪ੍ਰਾਰਥਨਾ ਵੀ ਤੁਹਾਡੀ ਪਹਿਲੀ ਚੀਜ਼ ਹੋਣੀ ਚਾਹੀਦੀ ਹੈ ਤੁਹਾਡੀ ਜ਼ਿੰਦਗੀ ਦੇ You ਵਿੱਚ। see the life of Jesus, he prayed very often. ਤੇ ਅਸੀਂ ਵੀ ਦੇਖਿਆ ਕਿ ਜਿਹੜੀ ਪ੍ਰਭੂ ਯਿਸੂ ਮਸੀਹ ਦੀ ਜ਼ਿੰਦਗੀ ਸੀ ਉਹਦੇ ਵਿੱਚ ਅਸੀਂ ਪ੍ਰਾਰਥਨਾ ਨੂੰ ਅਹਿਮੀਅਤ ਦੇਖੀ ਹੈ। And he made it a priority to get away from people and go to a lonely place so that he could pray to the Father. ਕਿਉਂਕਿ ਅਸੀਂ ਦੇਖਿਆ ਪ੍ਰਭੂ ਯਿਸੂ ਮਸੀਹ ਦੀ ਜਦੋਂ ਵੀ ਆਪਣੇ ਲੋਕਾਂ ਦੇ ਨਾਲ ਮਿਲਦਾ ਸੀ ਉਹ ਸਮਾਂ ਲੱਭਦਾ ਸੀ ਕਿ ਉਹਨਾਂ ਸਭ ਤੋਂ ਇੱਕ ਵੱਖਰੀ ਜਗ੍ਹਾ ਤੇ ਜਾਵੇ ਤੇ ਪ੍ਰਾਰਥਨਾ ਕਰੇ ਇਕੱਲਿਆਂ ਦੇ ਵਿੱਚ। Because he said Jesus often withdrew from them and went into a lonely place so he could be alone with the Father. ਕਿਉਂਕਿ ਜਦੋਂ ਵੀ ਪ੍ਰਭੂ ਯਿਸੂ ਮਸੀਹ ਨੂੰ ਮਹਿਸੂਸ ਹੋਇਆ ਪ੍ਰਾਰਥਨਾ ਦੇ ਲਈ ਉਹ ਲੋਕਾਂ ਤੋਂ ਕਿ ਇਹ ਦੂਰ ਚਲੇ ਜਾਂਦੇ ਸੀ ਕਿ ਸੁਨਸਾਨ ਜਗ੍ਹਾ ਤੇ ਵੱਖਰੇ ਇਕੱਲਿਆਂ ਦੇ ਵਿੱਚ ਕਿ ਪ੍ਰਾਰਥਨਾ ਕਰਾਂ। Because when you are with people, there could be distractions. ਕਿਉਂਕਿ ਜਦੋਂ ਵੀ ਤੁਸੀਂ ਲੋਕਾਂ ਦੇ ਵਿਚਕਾਰ ਹੋਵੋਗੇ ਤਾਂ ਜਿਹੜਾ ਤੁਹਾਡਾ ਧਿਆਨ ਆ ਭਟਕਦਾ। All of you that are sitting here today, ਜੋ ਵੀ ਤੁਸੀਂ ਅੱਜ ਇੱਥੇ ਬੈਠੇ ਆ ਆਪਾਂ, we all came at the start of the service. ਤੇ ਜਦੋਂ ਸਰਵਿਸ ਸ਼ੁਰੂ ਹੋਈ ਸੀ ਉਸ ਤੋਂ ਪਹਿਲਾਂ ਆਏ ਹਾਂ, Somebody came, they started praying. ਤੇ ਹੋ ਸਕਦਾ ਜਿਹੜੇ ਆਏ ਸੀ ਉਹਨਾਂ ਨੇ ਪ੍ਰਾਰਥਨਾ ਸ਼ੁਰੂ ਕੀਤੀ, Some came, they started talking. ਤੇ ਕਈ ਆਏ ਜਿਹੜੇ ਗੱਲਾਂ ਬਾਤਾਂ ਕੀਤੀਆਂ। So that is where that distraction comes. ਇਹੀ ਚੀਜ਼ਾਂ ਜਿਹੜੀਆਂ ਧਿਆਨ ਭਟਕਾਉਂਦੀਆਂ So ਨੇ। that's what I always say to you, prepare before a service. ਇਸੇ ਕਰਕੇ ਮੈਂ ਤੁਹਾਨੂੰ ਹਰ ਵਾਰੀ ਕਹਿੰਦਾ ਹੁੰਦਾ ਕਿ ਆਪਣੇ ਆਪ ਨੂੰ ਤਿਆਰ ਕਰੋ ਸਰਵਿਸ ਤੋਂ ਪਹਿਲਾਂ। Jesus separated himself from people to pray. ਇਸੇ ਕਰਕੇ ਪ੍ਰਭੂ ਯਿਸੂ ਮਸੀਹ ਵੀ ਆਪਣੇ ਆਪ ਨੂੰ ਵੱਖਰਾ ਕਿਉਂ ਕਰ ਦਿੰਦੇ ਸੀ ਤਾਂ ਕਿ ਉਹਨਾਂ ਤੋਂ ਅਲੱਗ ਹੋ ਕੇ ਪ੍ਰਾਰਥਨਾ ਕਰ ਸਕਣ ਤੇ ਆਪਣੇ ਆਪ ਨੂੰ ਤਿਆਰ ਕਰ ਸਕਣ। Luke chapter 5 verse 16. ਤੇ ਹੁਣ ਲੂਕਾ ਦੀ ਇੰਜੀਲ ਉਹਦੇ 5ਵਾਂ ਚੈਪਟਰ ਦੀ 16 ਦੇ ਵਿੱਚ ਦੇਖਾਂਗੇ ਅਸੀਂ। He spent the whole night in prayer and prayed deeply before and after crucial events. ਤੇ ਉਹ ਕੀ ਆ, ਆਪ ਉਜਾੜਾਂ ਦੇ ਵਿੱਚ ਜਾਂਦਾ ਸੀ ਤੇ ਪ੍ਰਾਰਥਨਾ ਕਰਦਾ ਹੁੰਦਾ ਸੀਗਾ ਪ੍ਰਭੂ ਯਿਸੂ ਮਸੀਹ। Before calling, before anointing, before appointing the 12 apostles. ਤੇ ਇਸ ਤੋਂ ਪਹਿਲਾਂ ਕਿ ਉਹ 12 ਜਿਹੜੇ ਚੇਲੇ ਸੀ ਉਹਨਾਂ ਦੇ, ਠੀਕ ਹੈ, ਉਹਨਾਂ ਨੂੰ ਚੁਣਦਾ, ਉਸ ਤੋਂ ਪਹਿਲਾਂ ਵੀ ਉਹ ਪ੍ਰਾਰਥਨਾ ਦੇ ਵਿੱਚ ਗਿਆ ਤਾਂ ਕਿ ਉਹਨਾਂ ਨੂੰ ਉਹ ਚੁਣ ਸਕੇ। Jesus spent that night in prayer. ਤੇ ਉਹਨੇ ਉਹ ਪੂਰੀ ਰਾਤ 12 ਚੇਲੇ ਚੁਣਨ ਤੋਂ ਪਹਿਲਾਂ ਜਿਹੜੀ ਪੂਰੀ ਰਾਤ ਸੀ ਉਹ ਪ੍ਰਾਰਥਨਾ ਦੇ ਵਿੱਚ ਗੁਜ਼ਾਰੀ। Even before Jesus was arrested. ਤੇ ਜਦੋਂ ਕਿ ਪ੍ਰਭੂ ਯਿਸੂ ਮਸੀਹ ਨੇ ਇੱਕ ਅਰੈਸਟ ਹੋਣਾ ਸੀਗਾ, ਜਦੋਂ ਉਹਨਾਂ ਨੇ ਫੜੇ ਜਾਣਾ ਸੀਗਾ, He spent time in intensive prayer. ਤੇ ਉਸ ਰਾਤ ਵੀ ਉਹ ਪੂਰੀ ਕੀ ਪ੍ਰਾਰਥਨਾ ਦੇ ਵਿੱਚ ਸੀ। Even after feeding the 5,000, ਤੇ ਜਦੋਂ 5000 ਨੂੰ ਖਾਣਾ ਖਵਾਇਆ ਉਸ ਤੋਂ ਬਾਅਦ ਵੀ he still went to pray. ਤੇ ਉਹ ਫਿਰ ਵੀ ਸਾਰਿਆਂ ਨੂੰ ਛੱਡ ਕੇ ਇਕੱਲੇ 'ਚ ਪ੍ਰਾਰਥਨਾ ਕਰਨ ਲੱਗੇ। You see, one thing what the apostles noticed about Jesus. ਤੇ ਇਹੋ ਖਾਸ ਚੀਜ਼ ਹੈ ਜਿਹੜੀ ਪੌਲਸ ਰਸੂਲ ਨੇ ਪ੍ਰਭੂ ਯਿਸੂ ਮਸੀਹ ਦੇ ਬਾਰੇ ਦੇਖੀ। And the thing that you need to take as well from that. ਤੇ ਇਹੀ ਚੀਜ਼ ਹੈ ਜਿਹੜੀ ਤੁਹਾਨੂੰ ਤੇ ਸਾਨੂੰ ਸਭਨਾਂ ਨੂੰ ਅੱਜ ਇਸ ਚੀਜ਼ They ਤੋਂ ਲੈਣ ਦੀ ਜ਼ਰੂਰਤ ਹੈ। watched how he prayed. ਤੁਸੀਂ ਦੇਖੋ ਕਿ ਕਿਸ ਤਰ੍ਹਾਂ ਉਹ ਪ੍ਰਾਰਥਨਾ ਕਰਦਾ ਹੁੰਦਾ ਸੀ। The apostles asked Jesus one question to teach them one thing. ਪੌਲਸ ਰਸੂਲ ਨੇ ਉਹਨਾਂ ਦੇ ਚੇਲਿਆਂ ਨੇ ਪ੍ਰਭੂ ਯਿਸੂ ਮਸੀਹ ਨੂੰ ਇੱਕ ਕੁਐਸਚਨ ਕੀਤਾ ਸੀਗਾ। He said, teach us how to get rich. How to get rich. Yes.
ਪ੍ਰਭੂ ਯਿਸੂ ਮਸੀਹ ਨੇ ਚੇਲਿਆਂ ਨੇ ਕਿਹਾ ਸੀਗਾ ਕਿ ਸਾਨੂੰ ਇਹ ਸਿਖਾ ਕੇ ਅਸੀਂ ਅਮੀਰ ਕਿੱਦਾਂ ਹੋ ਸਕਦੇ ਹਾਂ। Yes? ਇਹੀ ਕਿਹਾ ਸੀਗਾ ਨਾ। प्रार्थना करनी सिखाते No? प्रार्थना करनी प्रे करनी Oh, he taught, he said, teach us to pray. ਉਹਨਾਂ ਨੇ ਕੀ ਕਿਹਾ ਸੀ ਪ੍ਰਭੂ ਯਿਸੂ ਮਸੀਹ ਨੇ ਉਹਦੇ ਚੇਲਿਆਂ ਨੇ ਇਹ ਨਹੀਂ ਸੀ ਕਿਹਾ ਕਿ ਸਾਨੂੰ ਅਮੀਰ ਕਰਨ ਦੀ ਦੱਸ ਕਿੱਦਾਂ ਹੋਵਾਂਗੇ, ਨਹੀਂ, ਉਹਨਾਂ ਨੇ ਕਿਹਾ ਸੀ ਕਿ ਸਾਨੂੰ ਪ੍ਰਾਰਥਨਾ ਕਰਨੀ ਸਿਖਾ। Most people want to get rich, so their prayers are, Lord, teach us how to pray to get rich. ਇਸੇ ਕਰਕੇ ਕਈ ਭੈਣਾਂ ਭਰਾਵਾਂ ਦੀ ਇਹ ਜ਼ਰੂਰਤ ਹੁੰਦੀ ਹੈ ਕਿ ਅਸੀਂ ਅਮੀਰ ਹੋਈਏ ਤੇ ਸਾਡੀ ਪ੍ਰਾਰਥਨਾ ਵੀ ਉਸ ਤਰ੍ਹਾਂ ਦੀ ਹੋਵੇ ਕਿ ਅਸੀਂ ਕਿਸ ਤਰ੍ਹਾਂ ਪ੍ਰਾਰਥਨਾ ਕਰੀਏ ਕਿ ਅਸੀਂ ਅਮੀਰ ਹੋਈਏ। But they said, Jesus, teach us how to pray. ਪਰ ਉਹਨਾਂ ਚੇਲਿਆਂ ਨੇ ਕੀ ਕਿਹਾ ਉਸ ਸਮੇਂ ਦੇ ਵਿੱਚ ਪ੍ਰਭੂ ਯਿਸੂ ਮਸੀਹ ਨੂੰ, ਸਾਨੂੰ ਸਿਖਾ ਕਿ ਅਸੀਂ ਪ੍ਰਾਰਥਨਾ ਕਿਸ ਤਰ੍ਹਾਂ ਕਰੀਏ। Yeah? So they were watching him what he was doing. ਕਿਉਂਕਿ ਜਿਹੜੇ ਚੇਲੇ ਸੀ ਉਹ ਦੇਖ ਰਹੇ ਸੀ ਉਹ ਕੀ ਕਰ ਰਹੇ। And they realized the importance of prayer. ਤੇ ਫਿਰ ਉਹਨਾਂ ਨੇ ਉਸ ਪ੍ਰਾਰਥਨਾ ਦੀ ਅਹਿਮੀਅਤ ਨੂੰ ਦੇਖਿਆ ਜੋ ਪ੍ਰਭੂ ਯਿਸੂ ਮਸੀਹ ਗੱਲਾਂ ਕਰਦੇ ਸੀ ਕਿ ਪ੍ਰਾਰਥਨਾ ਦੀ ਅਹਿਮੀਅਤ ਕੀ ਹੈ। Jesus never let busyness or pressing affairs to stop him from prayer. ਤੇ ਉਹਨੇ ਕੋਈ ਆਪਣਾ ਖਾਸ ਆਪਣੇ ਬਿਜ਼ਨਸ ਜਾਂ ਕੋਈ ਇਦਾਂ ਦੀ ਗੱਲਬਾਤ ਨਹੀਂ ਸੀ ਕਿ ਉਹਨਾਂ ਨੂੰ ਰੋਕ ਕੇ ਪ੍ਰਾਰਥਨਾ ਦੇ ਵਿੱਚੋਂ। That's why before you go into any service, before you go to any making big decisions, importance is to pray. ਤੇ ਇਸੇ ਕਰਕੇ ਜਦੋਂ ਵੀ ਕੋਈ ਵੀ ਗੱਲਬਾਤ ਜਾਂ ਕੁਝ ਵੀ ਤੁਸੀਂ ਸੋਚਣਾ ਜਾਂ ਕੁਝ ਕਰਨਾ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਵੀ, ਤਾਂ ਸਭ ਤੋਂ ਪਹਿਲਾਂ ਇੱਕੋ ਕੰਮ ਕਰੋ, ਪ੍ਰਾਰਥਨਾ ਦੇ ਵਿੱਚ ਜਾਓ। Even if you are traveling to any place for evangelism, you're going to share to Parliament, to Athena, wherever you're going, prayer before you start is very important. ਚਾਹੇ ਉਹ ਮਿਨਿਸਟਰੀ ਦੇ ਕੰਮਾਂ ਦੇ ਵਿੱਚ, ਚਾਹੇ ਤੁਸੀਂ ਇਵੈਂਜਲਿਜ਼ਮ ਕਰਨ ਲਈ ਬਾਹਰ ਜਾ ਰਹੇ ਹੋ, ਪਾਰਲੀਮੈਂਟ ਕੋ ਜਾ ਰਹੇ ਹੋ, ਅਥੀਨੋ ਕਿਤੇ ਵੀ ਕੋਈ ਮੀਟਿੰਗ ਦੇ ਲਈ ਜਾ ਰਹੇ ਹੋ, ਸਭ ਤੋਂ ਪਹਿਲਾ ਕੰਮ ਤੁਹਾਡਾ ਇਹੋ ਹੋਣਾ ਚਾਹੀਦਾ, ਪ੍ਰਾਰਥਨਾ ਕਰੋ। And last week we seen the effects of not praying. ਤੇ ਅਸੀਂ ਕੁਝ ਪਿਛਲੇ ਦਿਨਾਂ ਦੇ ਵਿੱਚ ਕੁਝ ਪ੍ਰਭਾਵਸ਼ਾਲੀ ਤਰੀਕੇ ਦੇਖੇ ਆ ਕਿ ਜਦੋਂ ਅਸੀਂ ਪ੍ਰਾਰਥਨਾਵਾਂ ਨਹੀਂ ਕੀਤੀਆਂ ਤੇ ਕੀ ਹੋਇਆ। How many of you were there on that trip? ਕਿੰਨੇ ਜਣੇ ਸੀ ਉਸ ਜਿਹੜੀ ਟ੍ਰਿਪ ਦੇ ਵਿੱਚ? There's some people are there. The effects of not praying, you can see. ਤੇ ਦੇਖੋ ਉਹਨਾਂ ਦਾ ਜਿਹੜਾ ਪ੍ਰਭਾਵ ਵੀ ਸਾਡੀ ਜ਼ਿੰਦਗੀ ਤੇ ਪਿਆ ਜਦੋਂ ਅਸੀਂ ਪ੍ਰਾਰਥਨਾ ਕਰਕੇ ਨਹੀਂ ਗਏ। So we have to learn from that. ਤੇ ਸਾਨੂੰ ਉਸ ਚੀਜ਼ ਤੋਂ ਵੀ ਸਿੱਖਣ ਦੀ ਜ਼ਰੂਰਤ ਹੈ। Nobody has to tell you, let's pray. ਕੋਈ ਵੀ ਤੁਹਾਨੂੰ ਨਹੀਂ ਅੱਜ ਕਹੂਗਾ ਕਿ ਹਾਂ ਚਲੋ ਪ੍ਰਾਰਥਨਾ ਕਰੀਏ। You have to make that decision. ਤੁਹਾਨੂੰ ਇਹ ਫੈਸਲਾ ਕਰਨਾ That ਪਵੇਗਾ। decision is in your hands. ਇਹ ਜਿਹੜਾ ਫੈਸਲਾ ਤੁਹਾਡੇ ਹੱਥ ਵਿੱਚ ਹੈ। Amen? ਆਮੇਨ। Amen. So don't think that I'm waiting for the leader to pray, so I'll just sit down. ਤੇ ਇਸ ਤਰ੍ਹਾਂ ਨਾ ਕਿਹਾ ਕਰੋ ਕਿ ਹਾਂ ਕੋਈ ਲੀਡਰ ਸਾਨੂੰ ਕਹੂਗਾ ਅੱਗੇ ਤੇ ਫਿਰ ਹੀ ਅਸੀਂ ਪ੍ਰਾਰਥਨਾ ਕਰਾਂਗੇ। Yeah? Sometimes we see people are so carried away with topics of everything else. ਤੇ ਕਈ ਵਾਰ ਜਿਹੜੇ ਕੀ ਹੈ ਦੇਖੋ ਜਿਹੜੀ ਚੀਜ਼ ਦੇ ਲਈ ਅਸੀਂ ਜਾਣਦੇ ਆ ਉਹਨੂੰ ਛੱਡ ਕੇ ਬਾਕੀ ਚੀਜ਼ਾਂ ਦੇ ਵੱਲ ਜਿਹੜਾ ਜ਼ਿਆਦਾ ਧਿਆਨ ਹੈ ਜਿਹੜੇ ਸਾਡੇ ਭੈਣ ਭਰਾ ਦੇਣਾ ਸ਼ੁਰੂ ਕਰ ਦਿੰਦੇ ਆ, ਉਹਦੀ ਗੱਲਬਾਤ ਜ਼ਿਆਦਾ ਕਰਦੇ ਆ। That's why I say, if you're focusing on going for a mission trip, focus, why am I going there? ਤੇ ਇਸੇ ਕਰਕੇ ਜਦੋਂ ਅਸੀਂ ਕਿਸੇ ਵੀ ਮਿਸ਼ਨ ਉੱਤੇ ਕਿਸੇ ਵੀ ਟ੍ਰਿਪ ਦੇ ਉੱਤੇ ਕੁਝ ਵੀ ਕਰਨ ਚੱਲੇ ਆ, ਮੈਂ ਤੁਹਾਨੂੰ ਸਭ ਨੂੰ ਕਹਿਣਾ ਨਾ ਕਿ ਧਿਆਨ ਰੱਖੋ ਕਿ ਤੁਸੀਂ ਕੀ ਕਰਨ ਜਾ ਰਹੇ ਹੋ। If you were going to cook some food in the kitchen today, ਹੁਣ ਐਗਜ਼ਾਮਪਲ ਦੇ ਤੌਰ ਤੇ ਅਗਰ ਅੱਜ ਤੁਸੀਂ ਰਸੋਈ ਦੇ ਵਿੱਚ ਕੁਝ ਭੋਜਨ ਬਣਾਉਣ ਜਾ ਰਹੇ ਹੋ, you will be saying, just put on some movies for me, I'll watch the movies and I'll cook. ਤੇ ਤੁਸੀਂ ਉੱਥੇ ਥੋੜੀ ਕਹੋਗੇ ਕਿ ਹਾਂ ਵੀ ਚਲੋ ਮੂਵੀ ਲਾ ਦਿਓ ਤੇ ਮੈਂ ਨਾਲ ਨਾਲ ਭੋਜਨ ਵੀ How ਬਣਾਉਣਾ। you think the food's going to come out? ਤੇ ਤੁਹਾਨੂੰ ਲੱਗਦਾ ਵੀ ਭੋਜਨ ਕਿੱਦਾਂ ਦਾ ਬਣੂਗਾ? Because you're going to get distracted because there will be a very interesting bit there, and instead of putting a little bit, you put extra chili powder in there. ਤੇ ਹੋ ਸਕਦਾ ਉਸ ਸਮੇਂ ਤੁਹਾਡਾ ਜਿਹੜਾ ਉਹ ਮੂਵੀ ਦੇ ਵਿੱਚ ਤਾਂ ਇੰਨਾ ਕੁ ਬਣ ਜਾਵੇ, ਉਹ ਮਤਲਬ ਇੰਨਾ ਕੁ ਇੰਟਰਸਟਿੰਗ ਬਣ ਜਾਵੇ ਤੁਹਾਡਾ, ਠੀਕ ਹੈ, ਤੇ ਜਿਹੜਾ ਉਹ ਲੂਣ ਜਾਂ ਮਿਰਚਾਂ ਤੁਸੀਂ ਠੋਕ ਕੇ ਮਤਲਬ ਇਹਦੇ ਵਿੱਚ ਵੱਧ ਪਾ That ਦਿਓ। same thing happens when you are going for a mission or you're going somewhere to meet with people. Put priority on prayer. ਤੇ ਇਸੇ ਕਰਕੇ ਜਦੋਂ ਤੁਸੀਂ ਮਿਸ਼ਨ ਦੇ ਉੱਤੇ ਕਿਸੇ ਵੀ ਟ੍ਰਿਪ ਦੇ ਉੱਤੇ ਜਾ ਰਹੇ ਹੋ ਤਾਂ ਜਿਹੜੀ ਪਹਿਲੀ ਅਹਿਮੀਅਤ ਉਹ ਤੁਹਾਡੀ ਇਹੋ ਹੋਣੀ ਚਾਹੀਦੀ ਹੈ ਕਿ ਪ੍ਰਾਰਥਨਾ ਕਰੋ। Amen. The other thing, the topic that we are talking about today is how to get closer to God. ਤੇ ਅੱਜ ਦਾ ਜਿਹੜਾ ਟੌਪਿਕ ਹੈ ਤੁਹਾਨੂੰ ਸਭ ਨੂੰ ਪਤਾ ਹੈ ਕਿ ਅਸੀਂ ਪਰਮੇਸ਼ਰ ਦੇ ਨਾਲ ਅਸੀਂ ਉਹਦੇ ਕਰੀਬ ਕਿੱਦਾਂ ਜਾ ਸਕਦੇ ਹਾਂ। Get involved in a small Bible study group like this, what we are having today. ਤੇ ਉਹ ਦੂਸਰਾ ਚੌਥਾ ਪੁਆਇੰਟ ਇਹ ਹੈ, ਠੀਕ ਹੈ, ਕਿ ਉਹਨਾਂ ਗਰੁੱਪਸ ਦੇ ਵਿੱਚ ਆਪਣੀ ਅਹਿਮੀਅਤ ਨੂੰ ਦਿਖਾਇਆ ਕਰੋ, ਆਇਆ ਕਰੋ, ਜੁੜਿਆ ਕਰੋ, ਜਿਵੇਂ ਸਮਾਲ ਬਾਈਬਲ ਸਟੱਡੀ ਗਰੁੱਪ ਹੈ ਜਿਵੇਂ ਕਿ ਅੱਜ। Then we have what we call the Mill that you all join. ਤੇ ਜਿਵੇਂ ਕਿ ਸਾਡਾ ਇੱਕ ਮੇਲ ਮਿਲਾਪ ਦਾ ਗਰੁੱਪ ਵੀ ਹੈ, ਠੀਕ ਹੈ, ਤੇ ਜਿਵੇਂ ਕਿ ਤੁਸੀਂ ਸਾਰੇ ਅਸੀਂ ਆਪਸ ਵਿੱਚ ਆਉਣੇ ਆ ਉਹਦੇ I ਵਿੱਚ। understood one very important thing when I first became a Christian. ਤੇ ਮੈਂ ਸਭ ਤੋਂ ਪਹਿਲੀ ਇੱਕ ਚੀਜ਼ ਦੇਖੀ ਸੀ ਜਦੋਂ ਮੈਂ ਮਸੀਹ ਦੇ ਵਿੱਚ ਆਇਆ ਸੀ, The small groups is what's going to help you the way you are going. ਕਿਉਂਕਿ ਜਿਹੜੇ ਛੋਟੇ ਗਰੁੱਪ ਹੁੰਦੇ ਆ ਉਹ ਤੁਹਾਨੂੰ ਬਿਹਤਰ ਸਿਖਾ ਸਕਦੇ ਕਿ ਤੁਹਾਡਾ ਜਿਹੜਾ ਮਕਸਦ ਉਹ ਕਿਸ ਤਰ੍ਹਾਂ ਨੂੰ Because in ਜਾਏਗਾ। that small group, this is your platform ਕਿਉਂਕਿ ਉਹ ਜਿਹੜੇ ਛੋਟੇ ਗਰੁੱਪ ਆ ਤੁਹਾਡਾ ਇੱਕ ਤਰ੍ਹਾਂ ਦਾ ਸ਼ੁਰੂਆਤ ਆ ਉੱਥੇ to sing, to preach, to do the work of God.
ਤੇ ਉੱਥੇ ਕੀ ਹੈ ਤੁਸੀਂ ਛੋਟੇ ਛੋਟੇ ਚੀਜ਼ਾਂ ਪ੍ਰਚਾਰ ਵਰਸ਼ਿਪ ਜਾਂ ਕੁਝ ਵੀ ਉੱਥੋਂ ਤੁਹਾਡਾ ਪਤਾ ਲੱਗਦਾ ਕਿ ਕੀ ਕਰਨਾ But ਹੈ। if you have an attitude not coming to the small groups, ਅਗਰ ਤੁਹਾਡਾ ਜਿਹੜਾ ਐਟੀਟਿਊਡ ਸੁਭਾਅ ਇਦਾਂ ਦਾ ਕਿ ਮੈਂ ਨਹੀਂ ਉਹ ਛੋਟੇ ਗਰੁੱਪਾਂ 'ਚ ਜਾਣਾ, how is God going to use you for bigger things? ਤੇ ਫਿਰ ਪਰਮੇਸ਼ਰ ਤੁਹਾਨੂੰ ਕਿਸ ਤਰ੍ਹਾਂ ਵੱਡੀਆਂ ਚੀਜ਼ਾਂ ਲਈ ਯੂਜ਼ ਕਰੇਗਾ। People think, no, this is too small for me. I want to go for bigger meetings. ਤੇ ਕਈ ਵਾਰ ਆਪਾਂ ਇੰਟਰਾ ਸੋਚਦੇ ਕਿ ਛੋਟੇ ਗਰੁੱਪ ਦੇ ਵਿੱਚ ਨਹੀਂ ਮੈਂ ਨਹੀਂ ਜਾਣਾ, ਮੈਂ ਵੱਡੇ ਗਰੁੱਪਾਂ ਦੇ ਵਿੱਚ ਜਾਊਂਗਾ। I'm sorry, we can't give you that because you are in disobedience. You're just thinking about yourself for bigger things. ਤਾਂ ਫਿਰ ਉਹਨਾਂ ਦੀ ਸੌਰੀ ਆ ਮਾਫੀ ਹੈ, ਠੀਕ ਹੈ, ਕਿ ਪਰਮੇਸ਼ਰ ਉੱਥੇ ਨਹੀਂ ਯੂਜ਼ ਕਰੇਗਾ ਤੁਹਾਨੂੰ ਕਿ ਤੁਸੀਂ ਉਸ ਚੀਜ਼ ਨੂੰ ਜੋ ਪਰਮੇਸ਼ਰ ਦੀ ਆਗਿਆਕਾਰੀ ਨੂੰ ਅਨਾਗਿਆਕਾਰੀ 'ਚ ਬਦਲ ਦਿਓ। Whenever you come for a meeting, what is your attitude? Where is your heart? How are you coming here? ਤੇ ਜਦੋਂ ਤੁਸੀਂ ਮੀਟਿੰਗ ਦੇ ਲਈ ਅੰਦਰ ਆਉਂਦੇ ਹੋ, ਕਿਤੇ ਵੀ ਜਾਂਦੇ ਹੋ, ਤਾਂ ਉਸ ਸਮੇਂ ਤੁਹਾਡਾ ਪਹਿਲਾ ਸੁਭਾਅ ਕਿਸ ਤਰ੍ਹਾਂ ਦਾ, ਕਿਸ ਦਿਲ ਦੇ ਨਾਲ ਤੁਸੀਂ ਆਏ ਹੋ। You see, you got to understand one thing. Sorry। You got to understand one thing. ਤੇ ਤੁਹਾਨੂੰ ਇੱਕ ਚੀਜ਼ ਸਮਝਣ ਦੀ ਜ਼ਰੂਰਤ ਹੈ, I cannot read what's going on in your mind, ਕਿਉਂਕਿ ਮੈਂ ਨਹੀਂ ਪੜ੍ਹ ਸਕਦਾ ਕਿ ਤੁਹਾਡੇ ਦਿਮਾਗ 'ਚ ਕੀ ਚੱਲ ਰਿਹਾ, but you know who knows what's going on in your mind? ਪਰ ਪਤਾ ਤੁਹਾਨੂੰ ਕੌਣ ਜਾਣਦਾ ਤੁਹਾਡੇ ਦਿਮਾਗ 'ਚ ਕੀ ਚੱਲ ਰਿਹਾ। God knows. ਪਰਮੇਸ਼ਰ ਨੂੰ ਸਭ ਪਤਾ। So you could come here, sit down here, pretend you're all holy, you're all good and everything, ਤੇ ਹੋ ਸਕਦਾ ਤੁਸੀਂ ਇੱਥੇ ਆਓ all holy and all good, ਤੇ ਹੋ ਸਕਦਾ ਤੁਸੀਂ ਬੜੇ ਪਵਿੱਤਰ ਹੋਵੋ, ਬੜੀਆਂ ਚੰਗੀਆਂ ਚੀਜ਼ਾਂ ਹੋਣ ਤੁਹਾਡੇ and your 'ਚ। mind is somewhere else. ਜੇ ਤੁਹਾਡਾ ਦਿਮਾਗ ਕਿਤੇ ਹੋਰ ਹੈ, He knows it. ਉਹਨੂੰ ਪਤਾ ਹੈ। So let us be genuine, let us be real, and let us be honest with our connection with God. ਤੇ ਇਸੇ ਕਰਕੇ ਜਦੋਂ ਤੁਸੀਂ ਜਗ੍ਹਾ ਤੇ ਜਿੱਥੇ ਵੀ ਜਾਂਦੇ ਹੋ ਜਾਂ ਬਹਿੰਦੇ ਹੋ, ਇੱਥੇ ਆ ਕੇ ਬਹਿੰਦੇ ਹੋ, ਤਾਂ ਜਿਹੜਾ ਤੁਸੀਂ ਕਿ ਇੱਕ ਸਹੀ ਆ ਕੇ ਬੈਠੋ, ਠੀਕ ਹੈ, ਜੋ ਤੁਸੀਂ ਹੈਗੇ ਹੋ ਆਪਣੇ ਦਿਮਾਗ ਦੇ ਨਾਲ ਆ ਕੇ ਬੈਠੋ, ਸੱਚਾਈ ਦੇ ਨਾਲ ਤੇ ਇਮਾਨਦਾਰੀ ਦੇ ਨਾਲ। So when we are in a smaller group like this, we grow faster. Our growing rate is faster because we can share with one another. ਕਿਉਂਕਿ ਜਿਹੜੇ ਛੋਟੇ ਛੋਟੇ ਗਰੁੱਪ ਹੁੰਦੇ ਆ ਉਹਨਾਂ ਦੇ ਵਿੱਚ ਅਸੀਂ ਕਿ ਇੱਕ ਦੂਸਰੇ ਨਾਲ ਜ਼ਿਆਦਾ ਗੱਲਬਾਤ ਕਰ ਸਕਦੇ ਹਾਂ, ਠੀਕ ਹੈ, ਜ਼ਿਆਦਾ ਆਪਣੀਆਂ ਜਿਹੜੀਆਂ ਜੋ ਵੀ ਗੱਲਾਂ ਬਾਤਾਂ ਨੇ ਉਹਨਾਂ ਦੇ ਵਿੱਚ ਸ਼ੇਅਰ ਕਰ ਸਕਦੇ ਹਾਂ। Because like in our male mill-up, when you're there, you can share with one another. ਕਿਉਂਕਿ ਜਿਹੜੇ ਜਿਵੇਂ ਹੁਣ ਮੇਲ ਮਿਲਾਪ ਦਾ ਗਰੁੱਪ ਚੱਲ ਰਿਹਾ ਉਹਦੇ ਵਿੱਚ ਤੁਸੀਂ ਇੱਕ ਦੂਸਰੇ ਨਾਲ ਗੱਲਬਾਤ ਕਰ ਸਕਦੇ ਹੋ, You can be accountable for that. ਕਿਉਂਕਿ ਤੁਸੀਂ ਉਸ ਜਗ੍ਹਾ ਦੇ ਲਈ ਸਹੀ ਵੀ ਹੋ ਉਸ ਸਮੇਂ ਲਈ। Yeah. So it's important to be part of a group. ਤੇ ਇਸੇ ਕਰਕੇ ਕਹਿੰਦਾ ਕਿ ਕੋਸ਼ਿਸ਼ ਨਹੀਂ ਬਲਕਿ ਜ਼ਰੂਰੀ ਹੈ ਕਿ ਉਸ ਗਰੁੱਪ ਦੇ ਵਿੱਚ ਆਓ। I have seen people who have come up from a small group to lead big groups and bigger things. ਕਿਉਂਕਿ ਮੈਂ ਆਪਣੀ ਅੱਖਾਂ ਨਾਲ ਦੇਖਿਆ ਜਿਹੜੇ ਛੋਟੇ ਗਰੁੱਪ ਦੇ ਵਿੱਚ ਆਏ ਸੀਗੇ ਕਿ ਅੱਜ ਉਹ ਵੱਡੇ ਵੱਡੇ ਗਰੁੱਪ ਆਪ ਚਲਾ ਰਹੇ ਨੇ। But I've seen some people that refuse smaller groups. ਜਿਹਨਾਂ ਨੂੰ ਮੈਂ ਦੇਖਿਆ ਕਿ ਛੋਟੇ ਗਰੁੱਪਾਂ ਨੂੰ ਉਹਨਾਂ ਨੇ ਛੱਡਿਆ, ਕਹਿੰਦੇ ਵੀ ਨਹੀਂ ਜਾਣਾ, They thought they could go out and start something big themselves, ਤੇ ਉਹਨਾਂ ਨੇ ਸੋਚਿਆ ਕਿ ਅਸੀਂ ਆਪਣੇ ਆਪ ਹੀ ਜਾਈਏ ਬਾਹਰ ਦੇ ਵੱਡੇ ਗਰੁੱਪ ਸ਼ੁਰੂ ਕਰੀਏ, and they failed miserably. ਤੇ ਉਹ ਫੇਲ ਹੋ ਗਏ ਨਾ। Because if God is not in it, ਅਗਰ ਪਰਮੇਸ਼ਰ ਉਹਦੇ ਵਿੱਚ ਨਹੀਂ ਹੈਗਾ you won't succeed. ਤੇ ਤੁਸੀਂ ਕਾਮਯਾਬ ਨਹੀਂ ਹੋ ਸਕਦੇ। So small male mill-up groups are very important. ਕਿਉਂਕਿ ਜਿਹੜੇ ਛੋਟੇ ਮੇਲ ਮਿਲਾਪ ਦੇ ਗਰੁੱਪ ਨੇ ਉਹ ਬੜੇ ਜ਼ਰੂਰੀ ਹੈ। Always think that's where you will grow, that's where your platform is to preach or to teach or to sing or whatever you're doing. ਇਹੋ ਇੱਕ ਗੱਲ ਹੈ, ਜਦੋਂ ਵੀ ਅਸੀਂ ਨਵੇਂ ਜਿਹੇ ਛੋਟੇ ਗਰੁੱਪਾਂ ਦੇ ਵਿੱਚ ਜਾਂਦੇ ਹਾਂ, ਸੋਚਿਆ ਕਰੋ ਕਿ ਇਹ ਮੇਰਾ ਇੱਕ ਪਲੇਟਫਾਰਮ ਹੈ ਜਿੱਥੇ ਮੈਂ ਪ੍ਰਚਾਰ ਵੀ ਕਰ ਸਕਦਾ, ਮੈਂ ਵਰਸ਼ਿਪ ਕਰ ਸਕਦਾ, ਪ੍ਰਾਰਥਨਾ ਕਰ ਸਕਦਾ, ਤੇ ਮੈਂ ਸਿੱਖ ਸਕਦਾ ਕਿ ਅੱਗੇ ਕਿੱਦਾਂ ਵਧਣਾ। The next point is to die to self. ਤੇ ਪੰਜਵਾਂ ਪੁਆਇੰਟ ਹੈ ਕਿ ਆਪਣੇ ਆਪ ਦੀ ਜਿਹੜੀ ਜ਼ਿੰਦਗੀ ਨੂੰ ਮਾਰ ਦਿਓ, ਆਪਣੇ ਆਪ ਨੂੰ ਮਾਰ ਦਿਓ। Let me explain that. ਮੈਂ ਥੋੜਾ ਜਿਹਾ ਤੁਹਾਨੂੰ ਦੱਸਦਾ ਇਹਦੇ ਬਾਰੇ। If you want to grow more like Jesus, ਜੇ ਤੁਸੀਂ ਚਾਹੁੰਦੇ ਹੋ ਕਿ ਪ੍ਰਭੂ ਯਿਸੂ ਮਸੀਹ ਦੇ ਵਾਂਗਰ ਤੁਸੀਂ ਅੱਗੇ ਵਧੋ, we need to die daily to ourselves. ਤੇ ਸਾਨੂੰ ਹਰ ਰੋਜ਼ ਫਿਰ ਆਪਣੀ ਜ਼ਿੰਦਗੀ 'ਚ ਮਰਨਾ ਚਾਹੀਦਾ। Our comforts, our agendas, our ambitions, our pride, ਆਪਣੀਆਂ ਚੀਜ਼ਾਂ, ਆਪਣੇ ਮਕਸਦ, ਠੀਕ ਹੈ, ਆਪਣੀਆਂ ਜਿਹੜੇ ਜੋ ਵੀ ਗੱਲਾਂ ਬਾਤਾਂ ਨੇ ਉਹਨਾਂ ਦੇ ਵਿੱਚ, all the craving for things and all the sin. ਤੇ ਜੋ ਵੀ ਅਸੀਂ ਪਾਪ ਕਰ ਰਹੇ ਹਾਂ ਜਾਂ ਕੁਝ ਵੀ ਆਪਣੀਆਂ ਸੋਚਾਂ ਦੇ ਵਿੱਚ ਕਰ ਰਹੇ ਹਾਂ, ਠੀਕ ਹੈ, ਉਹਨਾਂ ਸਾਰੀਆਂ ਚੀਜ਼ਾਂ ਨੂੰ ਸਾਨੂੰ ਮਾਰਨਾ ਚਾਹੀਦਾ। The call to follow Christ is a call to lay down your lives and take up the cross. ਤੇ ਜਿਹੜੀ ਇੱਕ ਕਾਲਿੰਗ ਹੈ ਪ੍ਰਭੂ ਯਿਸੂ ਮਸੀਹ ਦੇ ਵਿੱਚ ਆਉਣ ਦੀ ਹੈ, ਠੀਕ ਹੈ, ਉਹ ਇਹੋ ਕਿ ਆਪਣੇ ਆਪ ਨੂੰ ਗਿਰਾ ਦਿਓ ਤੇ ਸਲੀਬ ਨੂੰ ਕੀ ਹੈ ਚੁੱਕ ਲਓ। Apostle Paul said this in Galatians 2:20. ਤੇ ਗਲਾਤੀਆਂ ਦੀ ਕਿਤਾਬ Galatians 2. ਗਲਾਤੀਆਂ ਦੀ ਕਿਤਾਬ ਉਹਦੀ 2:20 ਦੇ ਵਿੱਚ ਜਿਵੇਂ ਪੌਲਸ ਰਸੂਲ ਕਹਿ ਰਹੇ ਨੇ, I'll read that in English. He says, I have been crucified with Christ, and it is no longer I who live, but Christ lives in me, and the life which I now live in the flesh, I live by faith in the Son of God, who loved me and gave himself up for me. ਗਲਾਤੀਆਂ ਦੀ 2:20 ਦੇ ਵਿੱਚ ਲਿਖਿਆ ਹੈ ਕਿ ਮੈਂ ਮਸੀਹ ਦੇ ਨਾਲ ਸਲੀਬ ਦਿੱਤਾ ਗਿਆ ਹਾਂ, ਪਰ ਹੁਣ ਤੋਂ ਮੈਂ ਨਹੀਂ ਜਿਉਂਦਾ, ਸਗੋਂ ਮਸੀਹ ਮੇਰੇ ਵਿੱਚ ਜਿਉਂਦਾ ਹੈ, ਅਤੇ ਹੁਣ ਜਿਹੜਾ ਜੀਵਨ ਸਰੀਰ ਵਿੱਚ ਭੋਗਦਾ ਹਾਂ, ਪਰਮੇਸ਼ਰ ਦੇ ਪੁੱਤਰ ਉੱਤੇ ਨਿਸ਼ਚੈ ਨਾਲ ਭੋਗਦਾ ਹਾਂ,
ਜਿਨੇ ਮੇਰੇ ਨਾਲ ਪ੍ਰੇਮ ਕੀਤਾ ਤੇ ਆਪਣੇ ਆਪ ਨੂੰ ਮੇਰੇ ਲਈ ਦੇ ਦਿੱਤਾ। ਆਮੀਨ। Amen. So that's what he said, laying down your life for the cross, taking out all the wrong things. See, ਤੇ ਆਪਣੇ ਆਪ ਨੂੰ ਕਿ ਨੀਵਾਂ ਕਰੋ, ਸਲੀਬ ਨੂੰ ਚੁੱਕੋ ਤੇ ਜੋ ਵੀ ਗੱਲਾਂ ਬਾਤਾਂ ਤੁਹਾਡੇ ਵਿੱਚ ਨੇ। a lot of times, as I said even yesterday, it's not about me. ਤੇ ਇਹ ਕਈ ਵਾਰ ਮੈਂ ਬਹੁਤ ਵਾਰਾਂ ਜਿਵੇਂ ਕਿ ਕੱਲ ਦੀ ਮੀਟਿੰਗ ਦੇ ਵਿੱਚ ਵੀ ਪਾਸਟਰ ਜੀ ਨੇ ਕਿਹਾ ਕਿ ਇਹ ਗੱਲਾਂ ਨੂੰ ਬਾਹਰ ਕੱਢੋ, ਮੈਂ। When you notice the person talking more, I can do this, it's me, I can do this, be careful. ਤੇ ਤੁਸੀਂ ਇਸ ਗੱਲ ਤੋਂ ਹਮੇਸ਼ਾ ਜਾਗਰੂਕ ਰਹੋ, ਜਿਹੜਾ ਇਨਸਾਨ ਇਹ ਗੱਲਾਂ ਕਹਿੰਦਾ ਮੈਂ ਕਰ ਸਕਦਾ, ਮੈਂ ਇਹ ਚੀਜ਼ਾਂ, ਤਾਂ ਤੂੰ ਥੋੜਾ ਜਿਹਾ ਜਾਗਰੂਕ ਰਹੋ, ਧਿਆਨ ਰੱਖੋ। Because Jesus also Paul said you need to lay down there on the cross. ਕਿਉਂਕਿ ਪਰਮੇਸ਼ਰ ਜਿਹੜਾ ਪੌਲਸ ਰਸੂਲ ਵਚਨ ਦੇ ਵਿੱਚ ਕੀ ਕਹਿ ਰਿਹਾ ਕਿ ਆਪਣੇ ਆਪ ਨੂੰ ਨੀਵਿਆਂ ਕਰ ਦਿਓ। When you lay down on the cross, it's no more you. ਤੇ ਜਦੋਂ ਤੁਸੀਂ ਸਲੀਬ ਦੇ ਉੱਤੇ ਆਪਣੇ ਆਪ ਨੂੰ ਝੁਕਾ ਦਿੰਦੇ ਹੋ, ਠੀਕ ਹੈ, ਆਪਣੇ ਆਪ ਨੂੰ ਖਤਮ ਕਰ ਦਿੰਦੇ ਹੋ, ਫਿਰ ਤੁਸੀਂ ਉਹ ਨਹੀਂ ਰਹੇ। And when you pick up the cross, it's no more you. ਤੇ ਜਦੋਂ ਤੁਸੀਂ ਸਲੀਬ ਨੂੰ ਚੱਕ ਕੇ ਆਪਣੇ ਮੋਢੇ ਤੇ ਰੱਖ ਲੈਂਦੇ ਹੋ, I hope you're understanding what I'm saying. ਤੇ ਤੁਸੀਂ ਮੇਰਾ ਮਕਸਦ ਸਮਝ ਰਹੇ ਹੋ, ਮੈਂ ਕੀ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਤੁਹਾਨੂੰ। So that me always needs to be down. ਤੇ ਮੀ ਹੈ ਜਿਹੜਾ ਮੈਂ ਸ਼ਬਦ ਹੈ ਉਹ ਹਮੇਸ਼ਾ ਥੱਲੇ ਹੋਣਾ ਚਾਹੀਦਾ। That's what happened to Satan. ਇਹੋ ਚੀਜ਼ ਹੈ ਸ਼ੈਤਾਨ ਦੀ ਜਿਹੜੀ। He said, I will rise up above God. ਕਿਉਂਕਿ ਉਹਨੇ ਵੀ ਕਿਹਾ ਸੀ ਕਿ ਮੈਂ ਪਰਮੇਸ਼ਰ ਤੋਂ ਉੱਤੇ ਜਾਣਾ ਚਾਹਾਂਗਾ। 5 times he used, I will. ਕਿਉਂਕਿ ਉਹਨੇ 5 ਵਾਰਾਂ ਇਹ ਚੀਜ਼ ਕਹੀ, ਮੈਂ ਉੱਚਾ, ਮੈਂ ਕਰਾਂਗਾ, ਮੈਂ ਉਸ ਨੂੰ ਕਰਾਂਗਾ। And that caused him to be thrown out of heaven. ਤੇ ਉਹੀ ਜਿਹੜੀ ਚੀਜ਼ ਸੀ ਜਿਹਦੇ ਕਰਕੇ ਪਰਮੇਸ਼ਰ ਨੇ ਉਹਨੂੰ ਸਵਰਗ ਤੋਂ ਥੱਲੇ ਸੁੱਟਿਆ। No matter how great a person you might be. ਇਹ ਚੀਜ਼ ਮੈਟਰ ਨਹੀਂ ਕਰਦੀ ਹੋ ਕਿੰਨੇ ਤੁਸੀਂ ਵਧੀਆ ਇਨਸਾਨ ਹੋ। But that's what Paul says, lay down on the cross. That's where we are on the cross, lay down. ਤੇ ਇਸੇ ਕਰਕੇ ਕੀ ਹੈ, ਪੌਲਸ ਰਸੂਲ ਨੇ ਵੀ ਕਿਹਾ ਕਿ ਆਪਣੇ ਆਪ ਨੂੰ ਸਲੀਬ ਤੇ ਕੀ ਹੈ ਬਿਲਕੁਲ ਨੀਵਾਂ ਕਰ ਦਿਓ, ਉਹਦੇ ਅੱਗੇ ਝੁਕਾ ਦਿਓ। You understanding? ਸਮਝ ਰਹੇ ਹੋ ਤੁਸੀਂ? This is very important for you to know these things. ਕਿਉਂਕਿ ਇਹ ਖਾਸ ਚੀਜ਼ਾਂ ਨੇ ਜਿਹੜੀਆਂ ਤੁਹਾਨੂੰ ਸਮਝਣ ਦੀ ਜ਼ਰੂਰਤ ਹੈ। Yeah? Okay? Each time we allow God to interrupt our plans, each time we allow God to interrupt our plans, ਤੇ ਕਈ ਵਾਰ ਅਸੀਂ ਇਹ ਚੀਜ਼ਾਂ ਨੂੰ ਕੀ ਆ ਹਰ ਵਾਰ ਕਹਿੰਦੇ ਨੇ ਕਿ ਪਰਮੇਸ਼ਰ ਹੈ ਜਿਹੜਾ ਜੋ ਅਸੀਂ ਪਲਾਨ ਬਣਾਇਆ ਉਹਦੇ ਵਿੱਚ ਸਾਡੇ ਨਾਲ ਗੱਲਬਾਤ ਕਰੇ। let me just say this. Jesus said something to his disciples. ਮੈਂ ਇੱਕ ਚੀਜ਼ ਕਹਿਣੀ ਚਾਹਾਂਗਾ, ਪ੍ਰਭੂ ਯਿਸੂ ਮਸੀਹ ਨੇ ਆਪਣੇ ਚੇਲਿਆਂ ਨੂੰ ਕੁਝ ਕਿਹਾ ਸੀ। In Luke chapter 9 verse 23 and 24. ਤੇ ਲੂਕਾ ਦੀ ਇੰਜੀਲ ਉਹਦੇ 9ਵੇਂ ਚੈਪਟਰ ਦੀ 23 ਤੇ 24 ਆਇਤ ਦੇ ਵਿੱਚ He makes it very clear in this. ਤੇ ਉਹਨਾਂ ਨੇ ਇਸ ਚੀਜ਼ ਦੇ ਨਾਲ ਬੜਾ ਕਲੀਅਰ ਕਿਹਾ ਸੀ। He says, whoever wants to be my disciple, ਤੇ ਉਹਨੇ ਕਿਹਾ ਸੀ ਕਿ ਜੋ ਵੀ ਹੈ ਜਿਹੜਾ ਮੇਰਾ ਚੇਲਾ ਬਣਨਾ ਚਾਹੁੰਦਾ, he must deny themselves ਤੇ ਉਹ ਆਪਣੇ ਆਪ ਦਾ ਕੀ ਹੈ ਇਨਕਾਰ ਕਰੇ and take up their cross ਤੇ ਆਪਣੀ ਸਲੀਬ ਨੂੰ ਚੁੱਕੇ and follow me. ਤੇ ਮੇਰੇ ਪਿੱਛੇ ਆਵੇ। For whoever wants to save their life will lose it. ਤੇ ਜੋ ਵੀ ਆਪਣੀ ਜਾਨ ਨੂੰ ਬਚਾਉਣੀ ਚਾਹੇਗਾ ਉਹ ਗਵਾ ਲਵੇਗਾ, But whoever loses his life for me will save it. ਤੇ ਜੋ ਆਪਣੀ ਜਾਨ ਨੂੰ ਮੇਰੇ ਲਈ ਗਵਾ ਲਵੇਗਾ ਉਹ ਬਚਾਏਗਾ। See, I learned that lesson very early as well. ਤੇ ਮੈਂ ਇਸ ਚੀਜ਼ ਨੂੰ ਬੜੀ ਛੇਤੀ ਨਾਲ ਸਿੱਖਿਆ I ਸੀ। used to be like that, me, I can do this, I can do that. I thought I was very clever in doing everything myself. ਕਿਉਂਕਿ ਮੈਨੂੰ ਵੀ ਇਹਦੇ ਨਾਲ ਲੱਗਦਾ ਸੀ ਕਿ ਮੈਂ ਆ ਕਰ ਸਕਦਾ, ਮੈਂ ਆ ਸਕਦਾ, ਮੇਰੇ ਜਿੰਨਾ ਕੋਈ ਹੁਸ਼ਿਆਰ ਨਹੀਂ ਹੈਗਾ। But then I learned a very hard lesson. ਤੇ ਜਦੋਂ ਮੈਂ ਇਸ ਚੀਜ਼ ਨੂੰ ਸਿੱਖਿਆ ਤੇ ਮੇਰੀ I learned a very hard lesson. ਤੇ ਫਿਰ ਉਸ ਸਮੇਂ ਬੜੀ ਇੱਕ ਸ਼ਕਤੀ ਵਾਲੀ ਜਿਹੜੀ ਸਿੱਖਿਆ ਸੀ ਉਹ ਲਈ ਸੀ। It's as if God slapped me. ਤੇ ਫਿਰ ਉਸ ਸਮੇਂ ਕਿ ਪਰਮੇਸ਼ਰ ਨੇ ਇੱਕ ਤਰ੍ਹਾਂ ਮੈਨੂੰ ਥੱਪੜ ਮਾਰਿਆ। Yeah, just an example. ਇੱਕ ਐਗਜ਼ਾਮਪਲ ਆ ਤੁਹਾਡੇ ਲਈ। And then I realized what I was doing. ਤੇ ਫਿਰ ਮੈਨੂੰ ਉਸ ਸਮੇਂ ਅਹਿਸਾਸ ਹੋਇਆ ਕਿ ਮੈਂ ਕੀ ਕਰ ਰਿਹਾ। Then I had to change my track. ਤੇ ਫਿਰ ਮੈਂ ਆਪਣਾ ਜਿਹੜਾ ਰਸਤਾ ਸੀ ਉਹਨੂੰ And I ਬਦਲਿਆ। looked at the cross. ਤੇ ਫਿਰ ਮੈਂ ਸਲੀਬ ਦੇ ਵੱਲ ਦੇਖਿਆ And I think, no, Lord, it's not me, it's you. I died. ਤੇ ਉਸ ਸਮੇਂ ਫਿਰ ਮੈਂ ਕੀ ਕਿਹਾ, ਮੈਂ ਨਹੀਂ ਪਰਮੇਸ਼ਰ ਤੂੰ ਹੈ। ਤੇ ਉਸੇ ਸਮੇਂ ਫਿਰ ਸਲੀਬ ਨੂੰ ਦੇਖ ਕੇ ਮੈਂ ਆਪਣੇ ਆਪ ਨੂੰ ਕੀ ਹੈ ਮਾਰ ਲਿਆ। Because if you do not die to yourself, that pride will take you to a different place. ਅਗਰ ਤੁਸੀਂ ਆਪਣੇ ਆਪ ਨੂੰ ਨਹੀਂ ਮਾਰਦੇ ਤਾਂ ਜਿਹੜਾ ਘਮੰਡ ਹੈ ਉਹ ਤੁਹਾਨੂੰ ਕਿਤੇ ਹੋਰ ਲੈ ਜਾਵੇਗਾ। Amen? ਆਮੀਨ। Let's look at another quick point. ਤੇ ਹੁਣ ਅਸੀਂ ਇੱਕ ਹੋਰ ਜਲਦੀ ਨਾਲ ਇੱਕ ਹੋਰ ਪੁਆਇੰਟ ਦੇਖਾਂਗੇ। Transform your thoughts. ਤੇ ਆਪਣੀਆਂ ਜਿਹੜੀਆਂ ਸੋਚਾਂ ਨੇ ਉਹਨਾਂ ਨੂੰ ਕੀ ਆ ਬਦਲੋ। Yeah? Every day there are so many thoughts, thousands of words that come, thousands of images that come. ਤੇ ਆਪਣੀਆਂ ਜਿਹੜੀਆਂ ਸੋਚਾਂ ਆਪਣੇ ਦਿਮਾਗ ਦੀਆਂ ਗੱਲਾਂ ਬਾਤਾਂ ਹੁੰਦੀਆਂ ਨੇ ਉਹਦੇ ਵਿੱਚ ਪਤਾ ਨਹੀਂ ਕਿੰਨੇ ਹਜ਼ਾਰਾਂ ਸੋਚਾਂ ਆ ਜਾਂਦੀਆਂ ਨੇ, ਕਿੰਨੀਆਂ ਹਜ਼ਾਰਾਂ ਤਸਵੀਰਾਂ ਵੀ ਆ ਜਾਂਦੀਆਂ ਭਾਨ Yeah? They bombard your thoughts. They like they drop bombs into you.
ਤੇ ਫਿਰ ਉਹ ਕੀ ਆ, ਉਹ ਜਿਹੜੇ ਸੋਚਾਂ ਆਉਂਦੀਆਂ ਨੇ ਇੱਕ ਤਰ੍ਹਾਂ ਬੰਬ ਦੀ ਤਰ੍ਹਾਂ ਤੁਹਾਡੇ ਤੇ ਆਉਂਦੀਆਂ ਨੇ ਤੇ ਤੁਹਾਡੇ ਉੱਤੇ ਆ ਕੇ ਡਿੱਗਦੀਆਂ See, ਨੇ। God wants to talk to you. ਕਿਉਂਕਿ ਪਰਮੇਸ਼ਰ ਚਾਹੁੰਦਾ ਤੁਹਾਡੇ ਨਾਲ ਗੱਲਬਾਤ ਕਰਨੀ। You get up in the morning ਤੁਸੀਂ ਸਵੇਰੇ ਉੱਠਦੇ ਹੋ, and you say, praise the Lord. ਤੁਸੀਂ ਕਹਿੰਦੇ ਹੋ ਕਿ ਜੈ ਮਸੀਹ ਕੀ, ਪ੍ਰੇਜ਼ ਦ ਲਾਰਡ। Then what happens? ਉਸ ਤੋਂ ਬਾਅਦ ਕੀ ਹੁੰਦਾ? You could turn on the TV. ਤੇ ਫਿਰ ਤੁਸੀਂ ਟੀਵੀ ਨੂੰ ਦੇਖਦੇ ਹੋ You get all the news. ਤੇ ਫਿਰ ਉਹ ਸਾਰੀਆਂ ਖਬਰਾਂ ਸੁਣਦੇ You ਹੋ turn on your phone. ਤੇ ਫਿਰ ਤੁਸੀਂ ਆਪਣਾ ਫੋਨ You ਦੇਖਦੇ find ਹੋ, all messages. ਸਾਰੇ ਰੌਂਗ ਜਿਹੜੇ ਮੈਸੇਜ Somebody ਦੇਖਦੇ will ਹੋ। turn up at your house. Somebody will turn up at your house. ਤੇ ਕਈ ਹੋ ਸਕਦਾ ਤੁਹਾਡੇ ਘਰੇ, Come to your house. ਤੇ ਹੋ ਸਕਦਾ ਸਵੇਰੇ ਕੋਈ ਨਾ ਕੋਈ ਤੁਹਾਡੇ ਘਰੇ ਆ They ਜਾਵੇ will start giving you all news what this guy is doing and what this guy is doing. ਤੇ ਉਹ ਏਦਾਂ ਦੱਸਣਾ ਸ਼ੁਰੂ ਕਰ ਦੇਵੇ ਕਿ ਆ ਇਨਸਾਨ ਏਦਾਂ ਕਰ ਰਿਹਾ ਜਾਂ ਆਹ ਇਨਸਾਨ ਏਦਾਂ ਕਰ ਰਿਹਾ। Someone will start ringing you and fighting with you on the phone. ਤੇ ਹੋ ਸਕਦਾ ਕੋਈ ਨਾ ਕੋਈ ਸਵੇਰੇ ਤੁਹਾਡੇ ਨਾਲ ਫੋਨ ਕਰੇ ਤੇ ਤੁਹਾਡਾ ਲੜਨਾ ਹੀ ਸ਼ੁਰੂ ਕਰ Now ਦੇਵੇ। what has happened to your mind? ਤੇ ਫਿਰ ਉਸ ਸਮੇਂ ਤੁਹਾਡੇ ਦਿਮਾਗ ਨਾਲ ਕੀ ਹੋਏਗਾ? What is going on? ਤੇ ਫਿਰ ਕੀ ਹੋਇਆ ਤੁਹਾਡੇ ਦਿਮਾਗ ਦੇ ਨਾਲ? Now God wants to talk to you. Can He talk to you with all that noise inside? ਕਿ ਪਰਮੇਸ਼ਰ ਤੁਹਾਡੇ ਨਾਲ ਗੱਲਬਾਤ ਕਰਨੀ ਚਾਹੁੰਦਾ ਹੈ। ਇਹ ਸਾਰੀਆਂ ਗੱਲਾਂ ਬਾਤਾਂ ਤੋਂ ਬਾਅਦ, ਇੰਨੇ ਸਾਰੇ ਰੌਲੇ ਤੋਂ ਬਾਅਦ ਪਰਮੇਸ਼ਰ ਤੁਹਾਡੇ ਨਾਲ ਗੱਲਬਾਤ ਕਰ ਸਕੇਗਾ? He cannot talk to you because you got so much happening in your mind. ਕਿਉਂਕਿ ਉਹ ਪਰਮੇਸ਼ਰ ਤੁਹਾਡੇ ਨਾਲ ਗੱਲਬਾਤ ਨਹੀਂ ਕਰ ਸਕਦਾ, ਕਿਉਂਕਿ ਉਹ ਤੁਹਾਡੇ ਉਸ ਸਮੇਂ ਦਿਮਾਗ ਦੇ ਵਿੱਚ ਇੰਨੀਆਂ ਸੋਚਾਂ ਚੱਲ ਰਹੀਆਂ ਨੇ। That's why sometimes people say, I cannot hear God. I said, okay. ਇਸੇ ਕਰਕੇ ਕਈ ਵਾਰ ਭੈਣ ਭਰਾ ਕੇ ਮੈਨੂੰ ਕਹਿੰਦੇ ਕਿ ਮੈਂ ਪਰਮੇਸ਼ਰ ਦੀ ਆਵਾਜ਼ ਨੂੰ ਨਹੀਂ ਸੁਣਿਆ। So I say, go on a fast. ਤੇ ਮੈਂ ਉਹਨਾਂ ਨੂੰ ਕਹਿੰਦਾ ਹੁੰਦਾ ਕਿ ਵਰਤ ਰੱਖੋ। Not food fast. ਇਹ ਨਹੀਂ ਮੈਂ ਕਹਿੰਦਾ ਹੁੰਦਾ ਕਿ ਹਾਂ ਵੀ ਤੁਸੀਂ ਖਾਣਾ ਛੱਡ ਦਿਓ। No, technology fast. ਮੈਂ ਉਹਨਾਂ ਨੂੰ ਕਹਿੰਦਾ ਹੁੰਦਾ ਕਿ ਆਪਣੀ ਜਿਹੜੀਆਂ ਜੋ ਵੀ ਆ ਸਾਰੀਆਂ ਸੇਵਾਵਾਂ ਚੱਲ ਰਹੀਆਂ Turn off your ਟੈਕਨੋਲੋਜੀ, phone, turn off everything. ਫੋਨ ਨੂੰ ਬੰਦ ਕਰ ਦਿਓ, ਠੀਕ ਹੈ, ਜੋ ਵੀ ਚੀਜ਼ਾਂ ਸਹੀ ਨਹੀਂ ਹੈਗੀਆਂ ਉਹਨਾਂ ਨੂੰ ਸਾਰੀਆਂ ਬੰਦ ਕਰ Go ਦਿਓ to a quiet place like how Jesus went in a quiet place, sit there. ਤੇ ਜਾਓ ਇੱਕ ਸ਼ਾਂਤੀ ਵਾਲੀ ਜਗ੍ਹਾ ਤੇ ਜਿਵੇਂ ਕਿ ਪ੍ਰਭੂ ਯਿਸੂ ਸੀ ਜਾਂਦੇ ਨੇ। And all of a sudden you will start to hear things. ਤੇ ਉਸ ਸਮੇਂ ਪ੍ਰਾਰਥਨਾ ਕਰੋ ਤੇ ਪਰਮੇਸ਼ਰ ਤੁਹਾਡੀ ਆਵਾਜ਼ ਉਹਦੀ ਨੂੰ ਤੁਸੀਂ ਪਰਮੇਸ਼ਰ ਦੀ ਆਵਾਜ਼ ਨੂੰ ਸੁਣੋਗੇ। Same thing for those that are leading worship. ਉਹਨਾਂ ਸਭਨਾਂ ਦੇ ਲਈ ਵੀ ਜੋ ਵਰਸ਼ਿਪ ਨੂੰ ਲੀਡ ਕਰਦੇ ਆ, You will not be able to perform unless you are singing from home, you are coming here, you are in that mode of worship. ਤੇ ਉਹਨਾਂ ਲਈ ਇਹ ਜਿਹੜੇ ਵਰਸ਼ਿਪ ਕਰਦੇ ਨੇ, ਅਗਰ ਤੁਸੀਂ ਇੱਥੇ ਸਿੱਧਾ ਆ ਰਹੇ ਹੋ, ਅਗਰ ਘਰ ਦੇ ਵਿੱਚ ਤੁਸੀਂ ਵਰਸ਼ਿਪ ਨਹੀਂ ਕਰ ਰਹੇ, ਉੱਥੇ ਤੁਹਾਨੂੰ ਕਰਨ ਦੀ ਜ਼ਰੂਰਤ ਹੈ। ਘਰੋਂ ਵਰਸ਼ਿਪ ਕਰਕੇ ਆਪਣੇ ਆਪ ਨੂੰ ਪ੍ਰਪੇਅਰ ਕਰੋ, ਇੱਥੇ ਆ ਕੇ ਕਰੋ। Your mind will be distracted with all the things that are, you won't be able to flow. ਕਿਉਂਕਿ ਜੇ ਤੁਸੀਂ ਉਸ ਚੀਜ਼ਾਂ ਨੂੰ ਨਹੀਂ ਕਰੋਗੇ, ਤੁਹਾਡਾ ਧਿਆਨ ਭਟਕੇਗਾ। ਜੋ ਇੱਕ ਫਲੋ ਦੇ ਵਿੱਚ ਤੁਹਾਨੂੰ ਜਾਣਾ ਚਾਹੀਦਾ, ਫਿਰ ਉਹ ਫਲੋ ਨਹੀਂ ਬਣੇਗਾ। Same thing if you are preaching. ਇਹੋ ਚੀਜ਼ ਖਾਸ ਪ੍ਰਚਾਰ ਦੇ ਵਿੱਚ ਹੈ। That's why I don't like to talk to too many people before I preach. ਕਿਉਂਕਿ ਇਸੇ ਕਰਕੇ ਪ੍ਰਚਾਰ ਤੋਂ ਪਹਿਲਾਂ ਤੁਸੀਂ ਦੇਖਿਆ ਮੈਂ ਜ਼ਿਆਦਾ ਲੋਕਾਂ ਨਾਲ ਗੱਲਬਾਤ ਨਹੀਂ ਕਰਨਾ ਚਾਹੁੰਦਾ ਹੁੰਦਾ। Because people will come, can you pray for me, brother? This is happening. I don't want to hear, because now you're dumping all your problems. ਕਿਉਂਕਿ before ਉਸ I ਸਮੇਂ can ਭੈਣ ਭਰਾ understand ਕੇ ਕਹਿੰਦੇ ਮੇਰੀ ਇਸ ਚੀਜ਼ ਲਈ ਪ੍ਰਾਰਥਨਾ ਕਰੋ, ਮੇਰੀ ਇਸ ਚੀਜ਼ ਲਈ ਪ੍ਰਾਰਥਨਾ ਕਰੋ, ਮੇਰੀ ਆਹ ਚੀਜ਼ ਹੈ, ਮੇਰੀ ਆਹ ਚੀਜ਼ ਹੈ। ਉਹ ਸਾਰੀ ਚੀਜ਼ਾਂ ਫਿਰ ਆਉਣੀਆਂ ਸ਼ੁਰੂ ਹੋ ਜਾਂਦੀਆਂ ਦਿਮਾਗ ਦੇ ਵਿੱਚ। it. I learned this from quite early. I watched one of the preachers. ਕਿਉਂਕਿ ਮੈਂ ਇਸ ਚੀਜ਼ ਨੂੰ ਬੜੀ ਜਲਦੀ ਨਾਲ ਸਿੱਖਿਆ ਸੀ ਜਦੋਂ ਮੈਂ ਇੱਕ ਪ੍ਰਚਾਰਕ ਨੂੰ ਦੇਖਿਆ ਸੀਗਾ ਪ੍ਰਚਾਰ ਕਰਦਾ। The preacher and his wife came down for breakfast in a hotel. Yeah. ਉਹ ਜਿਹੜਾ ਪ੍ਰਚਾਰਕ ਸੀਗਾ ਉਹਦਾ ਜਿਹੜਾ ਘਰ ਵਾਲੇ ਦੇ ਘਰ ਵਾਲੀ ਇਹਨਾਂ ਦੇ ਹੋਟਲ ਦੇ ਵਿੱਚ ਬ੍ਰੇਕਫਾਸਟ ਕਰਨ ਆਏ ਸਵੇਰੇ, They sat separate, distance. ਤੇ ਉਹ ਮਤਲਬ ਵੀ ਅਲੱਗ-ਅਲੱਗ ਬੈਠੇ। I wondered why this is strange. ਤੇ ਮੈਂ ਹੈਰਾਨ ਜਿਹਾ ਹੋਇਆ ਵੀ ਘਰ ਵਾਲਾ ਘਰ ਵਾਲੀ ਹੋ ਕੇ ਅਲੱਗ-ਅਲੱਗ ਕਿਉਂ ਬੈਠੇ ਆ। And I remember I started to think why, because the man is preaching. ਤੇ ਫਿਰ ਮੈਂ ਸੋਚਣਾ ਸ਼ੁਰੂ ਕਰ ਦਿੱਤਾ ਕਿ ਇਹ ਬੰਦਾ ਪ੍ਰਚਾਰ ਕਰ ਰਿਹਾ ਹੈ। And sometimes, the wife, they tend to talk a lot. ਕਿਉਂਕਿ ਜਿਹਨੇ ਘਰ ਵਾਲੀਆਂ ਹੁੰਦੀਆਂ ਜ਼ਿਆਦਾ ਗੱਲਾਂ ਬਾਤਾਂ ਕਰਨੀ ਸ਼ੁਰੂ ਕਰ ਦਿੰਦੀਆਂ ਨੇ। So you can imagine if they're having breakfast and the wife doesn't like what he's doing, the eggs are not cooked, or they start to complain. ਕਿਉਂਕਿ ਜੇ ਉਸ ਨੂੰ ਬ੍ਰੇਕਫਾਸਟ ਮੰਨ ਲਓ ਕਰ ਰਹੇ ਨੇ, ਅਗਰ ਉਹ ਇੱਕ ਪ੍ਰੋਪਰ ਨਹੀਂ ਕੁੱਕ ਕੀਤੇ ਜਾਂ ਕੋਈ ਵੀ ਗੱਲਬਾਤ ਹੈ, ਉੱਥੇ ਹੀ ਕੰਪਲੇਂਟ ਕਰਨੀ ਸ਼ੁਰੂ ਕਰ ਦੂਗੀ, ਇਹ ਕੁੱਕ ਨਹੀਂ ਹੋਇਆ, ਸਹੀ ਨਹੀਂ, ਆਹ ਗੱਲਬਾਤ ਏਦਾਂ। So I would just say, whoever is preaching, ਤੇ ਮੈਂ ਸਭ ਨੂੰ ਕਹਿੰਦਾ ਜੋ ਪ੍ਰਚਾਰ ਕਰਦੇ ਆ, so the wives or the husbands, please stay away from the person who's preaching before they go on stage. Leave them. ਤੇ ਘਰ ਵਾਲਾ ਚਾਹੇ ਉਹ ਘਰ ਵਾਲੀ ਹੈ ਚਾਹੇ ਇੱਕ ਆਮ ਇਨਸਾਨ ਹੈ, ਜੋ ਪ੍ਰਚਾਰ ਕਰ ਰਿਹਾ ਹੈ ਕਿ ਉਸ ਇਨਸਾਨ ਤੋਂ ਉਸ ਦਿਨ ਦੇ ਲਈ ਥੋੜਾ ਦੂਰੀ ਬਣਾ ਕੇ ਰੱਖੋ। Because his mind needs to be clear, not your problems. ਕਿਉਂਕਿ ਉਹਦਾ ਜਿਹੜਾ ਦਿਮਾਗ ਆ ਉਹ ਬਿਲਕੁਲ ਸਾਫ਼ ਹੋਣਾ ਬੜਾ ਜ਼ਰੂਰੀ ਹੈ, ਨਾ ਕਿ ਤੁਹਾਡੀਆਂ ਸੋਚਾਂ ਉਹਦੇ ਵਿੱਚ ਅੰਦਰ ਆਉਣ। I tell a lot of time people, ਕਈ ਵਾਰ ਮੈਂ ਲੋਕਾਂ ਨੂੰ ਕਹਿੰਦਾ ਨਾ ਕਿ ਆਪਣਾ ਮੂੰਹ ਬੰਦ ਕਰੋ, because they talk too much. ਕਿਉਂਕਿ ਕਈ ਵਾਰ ਉਹ ਜ਼ਿਆਦਾ ਹੀ ਗੱਲਾਂ ਬਾਤਾਂ ਕਰਦੇ ਆ। So I learned that when I saw that preacher. ਕਿਉਂਕਿ ਮੈਂ ਉਸ ਚੀਜ਼ ਨੂੰ ਸਿੱਖਿਆ, ਮੈਂ ਜਿਸ ਦਿਨ ਉਸ ਪ੍ਰਚਾਰਕ ਨੂੰ ਦੇਖਿਆ। So even sometimes I don't talk much to my wife, because sometimes she will start telling me things. ਕਿਉਂਕਿ ਇਸੇ ਕਰਕੇ ਜਦੋਂ ਮੈਂ ਕੁਝ ਪ੍ਰਚਾਰ ਵਗੈਰਾ ਕਰਨਾ, ਮੈਂ ਆਪਣੀ ਘਰ ਵਾਲੀ ਨਾਲ ਜ਼ਿਆਦਾ ਗੱਲਬਾਤ ਨਹੀਂ So ਕਰਦਾ। now she knows not to talk to me before our service. ਹੁਣ ਉਹ ਜਾਣਦੀ ਹੈ ਕਿ ਜਦੋਂ ਮੈਂ ਪ੍ਰਚਾਰ ਕਰਨਾ ਹੁੰਦਾ ਮੇਰੇ ਕੋਲ ਆ ਕੇ ਮੇਰੇ ਕੋਲ ਕੋਈ ਗੱਲਬਾਤ ਨਹੀਂ ਕਰਦੀ। We were traveling to another city one day, and this young girl came with us on the train to travel.
ਤੇ ਅਸੀਂ ਇੱਕ ਦਿਨ ਕਿਸੇ ਹੋਰ ਜਗ੍ਹਾ ਤੇ ਜਾ ਰਹੇ ਸੀ ਟ੍ਰੇਨ ਦੇ ਥਰੂ, ਇੱਕ ਜਵਾਨ ਕੁੜੀ ਜਿਹੜੀ ਸੀ ਕਿ ਉਹ ਸਾਡੇ ਕੋਲੇ ਟ੍ਰੇਨ ਦੇ ਵਿੱਚ ਆਈ And she was very excited with the Lord. ਕਿਉਂਕਿ ਉਹ ਬੜੀ ਉਤਸ਼ਾਹ ਦੇ ਵਿੱਚ ਸੀ ਪਰਮੇਸ਼ਰ ਨੂੰ ਲੈ ਕੇ। And she started, yep. ਤੇ ਉਹ ਮਤਲਬ ਵੀ ਆਪਣੀਆਂ ਹੀ ਗੱਲਾਂ ਬਾਤਾਂ ਨੂੰ ਲੈ ਕੇ ਬੋਲਣਾ ਸ਼ੁਰੂ ਕਰ ਦਿੱਤਾ। 5 minutes later, I said to my wife, I'm going in the back. ਤੇ ਮੈਂ 5 ਮਿੰਟਾਂ ਬਾਅਦ ਉਹਨੂੰ ਆਪਣੀ ਘਰ ਵਾਲੀ ਨੂੰ ਕਿਹਾ ਵੀ ਮੈਂ ਜਿਹੜੀ ਰੇੜਾ ਦੇ ਪਿੱਛੇ I went to the last garage and I sat by myself. ਤੇ ਮੈਂ ਜਮਾ ਲਾਸਟ ਡੱਬੇ ਦੇ ਵਿੱਚ ਜਾ ਕੇ ਉੱਥੇ ਬੈਠਿਆ ਤੇ ਇਕੱਲਾ ਬਿਲਕੁਲ ਆਪਣੇ ਆਪ ਨੂੰ ਪਾਇਆ। So when we reached, the lady said to me, why did you go and sit there? I said, because you're talking too much. I said, you're distracting me. ਤੇ ਜਦੋਂ ਅਸੀਂ ਰੁਕੇ ਇੱਕ ਜਗ੍ਹਾ ਤੇ ਉਤਰੇ ਤੇ ਉਹ ਲੇਡੀ ਮੇਰੇ ਕੋਲ ਆਈ, ਕਹਿੰਦੀ ਤੁਸੀਂ ਉਸ ਜਗ੍ਹਾ ਤੋਂ ਉੱਠ ਕੇ ਪਿੱਛੇ ਕਿਉਂ ਚਲੇ ਗਏ ਸੀ? ਤੇ ਫਿਰ ਮੈਂ ਉਹਨੂੰ ਸਿੱਧਾ ਸਟ੍ਰੇਟ ਵੇ ਕਿਹਾ ਕਿ ਤੂੰ ਆਪਣੀਆਂ ਬਹੁਤ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਕਰ ਰਹੀ ਸੀ ਮੈਂ ਨਹੀਂ ਸੀ She ਸੁਣਦੀ। said, I was talking about the Bible. I said, yeah, I leave my mind free. ਉਹ ਕਹਿੰਦੀ ਵੀ ਮੈਂ ਬਾਈਬਲ ਦੇ ਬਾਰੇ ਹੀ ਗੱਲਾਂ ਕਰ ਰਹੀ ਸੀ, ਪਰਮੇਸ਼ਰ ਦੇ ਬਾਰੇ ਗੱਲਾਂ ਕਰ ਰਹੀ ਸੀ, ਪਰ ਪਾਸਟਰ ਕਹਿੰਦੇ ਨਹੀਂ, ਮੈਨੂੰ ਉਸ ਸਮੇਂ ਆਪਣਾ ਦਿਮਾਗ ਫ੍ਰੀ ਚਾਹੀਦਾ ਸੀ ਕਿ ਜੋ ਮੈਂ ਕਰ ਰਿਹਾ ਉਸ ਸਮੇਂ। Amen. So God cannot talk to you if you got all these things in your mind. ਤੇ ਪਰਮੇਸ਼ਰ ਕਦੇ ਵੀ ਤੁਹਾਡੇ ਨਾਲ ਗੱਲਬਾਤ ਨਹੀਂ ਕਰੇਗਾ ਕਿ ਉਹ ਚੀਜ਼ਾਂ ਤੁਹਾਡੇ ਦਿਮਾਗ ਦੇ ਵਿੱਚ ਆਉਂਦੀਆਂ ਜਾਣ। You need to free your mind of all these things before you can hear it. ਤੇ ਸਾਰੀਆਂ ਚੀਜ਼ਾਂ ਤੋਂ ਆਪਣੇ ਆਪ ਨੂੰ ਫ੍ਰੀ ਪਾਓ, ਰਿਲੈਕਸ ਪਾਓ ਜਦੋਂ ਤੁਸੀਂ ਪਰਮੇਸ਼ਰ ਅੱਗੇ ਦੁਆ ਦੇ ਵਿੱਚ ਉਹਦੀ ਆਵਾਜ਼ ਨੂੰ ਸੁਣਨਾ ਚਾਹੋ। Okay? Let's look at the last one. ਹੁਣ ਅਸੀਂ ਆਖਰੀ ਦੇਖਾਂਗੇ Serve others. Serving people, serving others. ਤੇ ਕੀ ਹੈ ਦੂਸਰੇ ਨੂੰ ਸਰਵ ਕਰੋ, ਜਿਵੇਂ ਆਪਾਂ ਕਰਦੇ ਆ ਸੇਵਾ, ਇੱਕ ਤਰ੍ਹਾਂ ਦੀ ਸੇਵਾ ਕਰੋ ਦੂਜਿਆਂ ਦੀ। You'll say, how does that draw me closer to God? ਤੇ ਹੁਣ ਤੁਸੀਂ ਇਹ ਸੋਚਦੇ ਹੋਵੋਗੇ ਕਿ ਦੂਜੇ ਦੀ ਸੇਵਾ ਕਰਕੇ ਮੈਂ ਪਰਮੇਸ਼ਰ ਦੇ ਕੋਲ ਕਿੱਦਾਂ ਜਾ ਸਕਦਾ ਨੇੜੇ। Jesus did that for us. ਪਰ ਪ੍ਰਭੂ ਯਿਸੂ ਮਸੀਹ ਨੇ ਸਾਡੇ ਲਈ ਕੀਤੀ ਇਹ ਚੀਜ਼, He died for us. ਕਿਉਂਕਿ ਉਹ ਸਾਡੇ ਲਈ ਮਰਿਆ ਸਲੀਬ ਦੇ ਉੱਤੇ। In the upper room, and you know Jesus was in the upper room. ਜਦੋਂ ਉਹ ਇੱਕ ਉੱਪਰਲੇ ਰੂਮ ਦੇ ਵਿੱਚ ਸੀ ਪ੍ਰਭੂ ਯਿਸੂ ਮਸੀਹ, He washed the feet of the apostles. ਤੇ ਉਹਨੇ ਆਪਣੇ ਚੇਲਿਆਂ ਦੇ ਪੈਰ ਤੱਕ ਵੀ ਧੋਤੇ, He wiped it with a towel. ਤੇ ਉਹਨੇ ਉਹਨਾਂ ਦੇ ਪੈਰਾਂ ਨੂੰ ਤੌਲੀਏ ਦੇ ਨਾਲ ਸਾਫ਼ ਵੀ ਕੀਤਾ। Why did Jesus do that? ਪ੍ਰਭੂ ਯਿਸੂ ਮਸੀਹ ਨੇ ਇਹ ਚੀਜ਼ ਕਿਉਂ ਕੀਤੀ? To show you an example of how to serve people. ਕਿਉਂਕਿ ਉਹਨੇ ਇੱਕ ਐਗਜ਼ਾਮਪਲ ਦਿੱਤੀ ਕਿ ਸਾਨੂੰ ਸਭ ਦੇ ਲਈ ਕਿ ਤੁਸੀਂ ਕਿਸ ਤਰ੍ਹਾਂ ਲੋਕਾਂ ਦੀ ਸੇਵਾ ਕਰ ਸਕਦੇ ਹੋ। It's in John chapter 13, verse 13. John chapter 13, verse 14 and 15. ਯੋਹੰਨਾ ਦੀ ਇੰਜੀਲ ਉਹਦੇ 13ਵੇਂ ਚੈਪਟਰ ਦੀ 13 ਤੇ 14 ਤੇ 15 ਆਇਤ ਦੇ ਵਿੱਚ ਹੈ। 13ਵਾਂ ਚੈਪਟਰ ਦੀ 14 ਤੇ 15 ਆਇਤ This ਵਿੱਚ। is now that I am your Lord and teacher, ਤੇ ਉਹਨੇ ਕਿਹਾ ਕਿ ਮੈਂ ਤੁਹਾਡਾ ਗੁਰੂ ਅਤੇ ਪ੍ਰਭੂ ਹੋ ਕੇ washed your feet. ਤੁਹਾਡੇ ਪੈਰ ਧੋਤੇ ਨੇ, You also should wash others' feet. ਤੇ ਤੁਹਾਨੂੰ ਵੀ ਚਾਹੀਦਾ ਕਿ ਤੁਸੀਂ ਵੀ ਇੱਕ ਦੂਏ ਦੇ ਪੈਰ ਧੋਵੋ। I have set you an example ਮੈਂ ਤੁਹਾਡੇ ਲਈ ਇੱਕ ਨਮੂਨਾ ਬਣਿਆ that you should do as I have done for you. ਤੇ ਮੈਂ ਤੁਹਾਡੇ ਲਈ ਇੱਕ ਨਮੂਨਾ ਬਣਿਆ ਕਿ ਜੋ ਮੈਂ ਤੁਹਾਡੇ ਨਾਲ ਕੀਤਾ ਤੁਸੀਂ ਵੀ ਤਿਵੇਂ ਹੀ ਕਰੋ। Even today, you see, Pastor John, he gives you duties in the church. ਤੇ ਅੱਜ ਵੀ ਜਿਵੇਂ ਕਿ ਪਾਸਟਰ ਜੋਨੀ ਤੁਹਾਨੂੰ ਡਿਊਟੀਆਂ ਦਿੰਦੇ ਨੇ ਚਰਚ ਦੇ ਵਿੱਚ, Why you think he gives you the duties? ਤੁਹਾਨੂੰ ਕੀ ਲੱਗਦਾ ਤੁਹਾਨੂੰ ਉਹ ਜ਼ਿੰਮੇਵਾਰੀਆਂ ਡਿਊਟੀਆਂ ਕਿਉਂ ਦਿੰਦੇ ਨੇ? Because you are given an opportunity to serve. ਕਿਉਂਕਿ ਉਹ ਤੁਹਾਨੂੰ ਇੱਕ ਮੌਕਾ ਦੇ ਰਹੇ ਨੇ ਕਿ ਤੁਸੀਂ ਸੇਵਾ ਕਰ ਸਕੋ ਪਰਮੇਸ਼ਰ He ਦੀ ਘਰ। gives Akash the opportunity to handle the sound system. ਕਿਉਂਕਿ ਉਹਨੇ ਆਕਾਸ਼ ਨੂੰ ਮੌਕਾ ਦਿੱਤਾ ਕਿ ਉਹ ਮਿਊਜ਼ਿਕ ਸਿਸਟਮ ਨੂੰ ਹੈਂਡਲ ਕਰੇ He is able to serve. ਤੇ ਉਹ ਤਾਂ ਕਿ ਉਹ ਇੱਕ ਪਰਮੇਸ਼ਰ ਦੇ ਘਰ ਦੇ ਵਿੱਚ ਸੇਵਾ ਕਰ ਸਕੇ। Others, Akash will come every day, sit at the back and go back. ਤੇ ਇਹ ਵੀ ਹੋ ਸਕਦਾ ਸੀ ਆਕਾਸ਼ ਹਰ ਰੋਜ਼ ਹੱਥ ਜਾਵੇ ਪਿੱਛੇ ਬੈਠੇ ਪ੍ਰਚਾਰ ਸੁਣੇ ਸਭ ਕੁਝ ਕਰੇ So ਤੇ ਘਰ every one of you, ਤੇ ਹਰ ਇੱਕ ਮੇਰਾ ਭੈਣ ਭਰਾ you need to learn to be humble to serve. ਤੇ ਤੁਹਾਨੂੰ ਚਾਹੀਦਾ ਕਿ ਤੁਸੀਂ ਆਪਣੇ ਆਪ ਨੂੰ ਨਿਮਰ ਕਰੋ ਆਪਣੀ ਜ਼ਿੰਦਗੀ ਦੇ ਵਿੱਚ ਹਰ ਇੱਕ ਦੇ ਲਈ। That's why Jesus showed us that he washed the feet of the apostles. ਇਸੇ ਕਰਕੇ ਪ੍ਰਭੂ ਯਿਸੂ ਮਸੀਹ ਨੇ ਇੱਕ ਨਮੂਨਾ ਰੱਖਿਆ ਕਿ ਉਹਨੇ ਆਪਣੇ ਚੇਲਿਆਂ ਦੇ ਪੈਰ ਧੋਤੇ। If you are too proud to serve here, ਅਗਰ ਤੁਹਾਡੇ ਕੋਲ ਘਮੰਡ ਹੈ ਇੱਥੇ ਸੇਵਾ ਕਰਨ ਦੇ ਲਈ, you will not be able to serve anywhere. ਤੁਸੀਂ ਫਿਰ ਕਿਤੇ ਵੀ ਸੇਵਾ ਨਹੀਂ ਕਰ No ਸਕਦੇ। matter what you say. ਕੁਝ ਵੀ ਕਹੀ ਜਾਂਦੇ ਹੋ ਤੁਹਾਡਾ ਕੋਈ ਫਾਇਦਾ ਨਹੀਂ, Facts is what you see. ਕਿਉਂਕਿ ਉਸ ਚੀਜ਼ ਦਾ ਪ੍ਰਭਾਵ ਪੈਂਦਾ ਜੋ ਤੁਸੀਂ ਕਰ ਰਹੇ ਹੋ। We can say, I'm doing this, I'm doing that, but if I cannot see, or you cannot see somebody doing anything here, they will not do that. ਅਗਰ ਤੁਸੀਂ ਕਹੋਗੇ ਕਿ ਮੈਂ ਉੱਥੇ ਆਹ ਕੀਤਾ, ਮੈਂ ਆਹ ਕਰ ਰਿਹਾ, ਮੈਂ ਆਹ ਕਰ ਰਿਹਾ, ਪਰ ਜਿੱਥੇ ਤੁਸੀਂ ਕਰਨਾ ਚਾਹੀਦਾ ਉੱਥੇ ਕੁਝ ਵੀ ਨਹੀਂ ਕਰ ਰਹੇ ਹੋ, ਤੇ ਸਾਨੂੰ ਜਾਂ ਕਿਸੇ ਨੂੰ ਕੀ ਪਤਾ ਕਿ ਤੁਸੀਂ ਕੀ ਕਰ ਰਹੇ ਹੋ। Some people only think, oh, I'm here in the worship team, I'm here as a preacher, and everything else, but I'm not going to go do and everything else. I'm not doing that. ਤੇ ਕਈ ਵਾਰ ਭੈਣ ਭਰਾ ਕਹਿੰਦੇ ਕਿ ਮੈਂ ਵਰਸ਼ਿਪ ਦੇ ਵਿੱਚ ਆ ਜਾਂ ਮੈਂ ਇਸ ਚੀਜ਼ ਦੇ ਵਿੱਚ ਆ ਕਿ ਉਹ ਚੀਜ਼ਾਂ ਮੈਂ ਨਹੀਂ ਕਰ ਸਕਦਾ ਜਾਂ ਮੈਂ ਇਹ ਚੀਜ਼ ਨਹੀਂ ਕਰ ਸਕਦਾ। It's learning to be humble. ਕਿਉਂਕਿ ਇਹ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਸਿੱਖੋ ਨਿਮਰ ਕਿੱਦਾਂ ਹੋਣਾ। That's why in House of Glory here, ਇਸੇ ਕਰਕੇ ਹਾਊਸ ਆਫ ਗਲੋਰੀ ਇੱਕ ਚਰਚ ਹੈ Pastor John is given responsibilities. ਤੇ ਉਹਨਾਂ ਨੇ ਕਿ ਜ਼ਿੰਮੇਵਾਰੀਆਂ ਦਿੱਤੀਆਂ ਸਭ ਨੂੰ So you can serve. ਤਾਂ ਕਿ ਤੁਸੀਂ ਉਹਦੀ ਸੇਵਾ ਕਰ ਸਕੋ।
So one thing you need to remember, if you are called on duty on Sunday to serve, ਅਗਰ ਤੁਸੀਂ ਇੱਕ ਚੀਜ਼ ਨੂੰ ਧਿਆਨ ਦੇ ਵਿੱਚ ਰੱਖੋ, ਅਗਰ ਤੁਹਾਨੂੰ ਸੰਡੇ ਦੇ ਲਈ ਸੇਵਾ ਦੇ ਲਈ ਇੱਕ ਮੌਕਾ ਦਿੱਤਾ ਗਿਆ ਹੈ, if he's told you to come and stand in the door and greet people, ਜਿਵੇਂ ਕਿ ਤੁਹਾਨੂੰ ਇੱਕ ਵੈਲਕਮ ਕਰਨ ਦੇ ਲਈ ਇੱਕ ਬੰਦਾ ਡਿਊਟੀ ਦਿੱਤੀ ਗਈ ਕਿ ਤੁਸੀਂ ਲੋਕਾਂ ਦਾ ਵੈਲਕਮ ਕਰੋ ਉੱਥੋਂ, you need to understand what am I doing in that door. ਤੇ ਤੁਹਾਨੂੰ ਫਿਰ ਸਮਝਣ ਦੀ ਜ਼ਰੂਰਤ ਹੈ ਕਿ ਮੈਂ ਉਸ ਦਰਵਾਜ਼ੇ ਦੇ ਉੱਤੇ ਖੜ ਕੇ ਕੀ ਕਰਨਾ। You need to be there before everybody comes in. ਤੁਹਾਨੂੰ ਉਸ ਜਗ੍ਹਾ ਤੇ ਆਉਣਾ ਚਾਹੀਦਾ ਹੈ ਜਦੋਂ ਕਿ ਕੋਈ ਵੀ ਚਰਚ ਦੇ ਵਿੱਚ ਨਾ ਆਇਆ ਹੋਵੇ। If you come halfway through, you're failed because people have already come in. ਅਗਰ ਤੁਸੀਂ ਅੱਧੇ ਜਣੇ ਜੋ ਚਰਚ ਦੇ ਵਿੱਚ ਬੈਠੇ ਹੋ ਉਦੋਂ ਆਏ ਤਾਂ ਤੁਹਾਡਾ ਉੱਥੇ ਖੜਨ ਦਾ ਕੋਈ ਫਾਇਦਾ ਨਹੀਂ, So you need to be there before. ਕਿਉਂਕਿ ਤੁਹਾਨੂੰ ਉਹਨਾਂ ਦੇ ਆਉਣ ਤੋਂ ਪਹਿਲਾਂ ਉੱਥੇ ਹੋਣਾ ਚਾਹੀਦਾ ਹੈ। If you're supposed to say you're in the worship team ਅਗਰ ਤੁਸੀਂ ਹੁਣ ਮੰਨ ਲਓ ਇੱਕ ਵਰਸ਼ਿਪ ਟੀਮ ਦੇ ਵਿੱਚ and ਹੋ you're told to be here at 9:30, ਤੇ ਜੇ ਤੁਹਾਨੂੰ ਕਿਹਾ ਜਾਂਦਾ ਕਿ ਸਾਡੇ ਨਾਲ ਇੱਥੇ ਆਓ, if you're not here, ਅਗਰ ਤੁਸੀਂ ਨਹੀਂ ਹੋ you're saying, oh, I'll come, take my time and come. ਤੇ ਮੈਂ ਥੋੜਾ ਜਿਹਾ ਸਮਾਂ ਲਵਾਂਗਾ, ਜੇ ਤੁਸੀਂ ਕਹਿੰਦੇ ਹੋ ਵੀ ਫੇਰ ਆਵਾਂਗਾ ਮੈਂ ਜੀ, You're not mentally prepared to sing. ਕਿਉਂਕਿ ਫਿਰ ਤੁਸੀਂ ਦਿਮਾਗੀ ਤੌਰ ਤੇ ਜਿਹੜਾ ਆਪਣੇ ਆਪ ਨੂੰ ਪ੍ਰਪੇਅਰ ਨਹੀਂ ਕੀਤਾ Because ਹੈ if you're driving and coming from out, ਕਿਉਂਕਿ ਜਦੋਂ ਤੁਸੀਂ ਆ ਰਹੇ ਹੋ ਡਰਾਈਵ ਕਰਕੇ ਜਾਂ ਕੁਝ ਵੀ ਕਰਕੇ ਇੱਥੇ ਇਸ ਜਗ੍ਹਾ ਤੇ, somebody as you're driving would have cut you and you would have had an argument with them. ਹੋ ਸਕਦਾ ਕਿਸੇ ਦੇ ਨਾਲ ਕੋਈ ਤੁਹਾਡਾ ਐਕਸੀਡੈਂਟ ਦਾ ਕੋਈ ਗੱਲਬਾਤ ਹੋ ਜਾਵੇ, ਤੁਹਾਡੀ ਆਰਗੂਮੈਂਟ ਹੋ ਜਾਵੇ, ਉਹਦੇ ਨਾਲ ਕੋਈ ਝਗੜਾ ਹੋ ਜਾਵੇ ਆਉਂਦੇ ਆਉਂਦੇ ਇੱਥੇ, So now you're angry. ਫਿਰ ਤੁਸੀਂ ਗੁੱਸੇ ਦੇ ਨਾਲ ਹੋ, You would bring that anger here. ਫਿਰ ਤੁਸੀਂ ਉਹੀ ਗੁੱਸਾ ਦਰਵਾਜ਼ੇ ਦੇ So ਅੰਦਰ ਲੈ ਕੇ when ਆਓ। you come to stand here and to sing what is happening? ਤੇ ਫਿਰ ਉੱਥੇ ਜਦੋਂ ਗੁੱਸੇ ਨੂੰ ਲੈ ਕੇ ਤੁਸੀਂ ਅੰਦਰ ਆਓਗੇ ਤੇ ਫਿਰ ਜਦੋਂ ਤੁਸੀਂ ਵਰਸ਼ਿਪ ਕਰੋਗੇ ਤੁਸੀਂ ਕੀ You're ਕਰੋਗੇ, still angry. ਕਿਉਂਕਿ ਤੁਸੀਂ ਗੁੱਸੇ ਦੇ ਨਾਲ ਉਹ ਕਰੋਗੇ। So the reason why you come early so you can empty yourself, take out all that, dump it out and get ready to worship. ਤੇ ਮਕਸਦ ਕੀ ਤੁਹਾਨੂੰ ਕਿਹਾ ਜਾਂਦਾ ਕਿ ਜਲਦੀ ਆਓ ਤਾਂ ਕਿ ਜੋ ਵੀ ਚੀਜ਼ ਤੁਸੀਂ ਸਵੇਰ ਦੇ ਟਾਈਮ ਤੋਂ ਉੱਥੇ ਆਉਂਦੇ ਹੋਏ ਆ ਤਾਂ ਕਿ ਤੁਸੀਂ ਇੱਥੇ ਆ ਕੇ ਉਸਨੂੰ ਸਾਫ਼ ਕਰ ਸਕੋ ਤੇ ਆਪਣੇ ਆਪ ਨੂੰ ਖਾਲੀ ਕਰ ਸਕੋ ਤੇ ਪਵਿੱਤਰ ਆਤਮਾ ਦੇ That's ਨਾਲ why discipline in your life is very important. ਤੇ ਜਿਹੜਾ ਇਸੇ ਕਰਕੇ ਅਨੁਸ਼ਾਸਨ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਰੂਰੀ If ਹੈ। they tell you to come at 9:30, come at 9:15. ਤੇ ਅਗਰ ਤੁਹਾਨੂੰ ਕੋਈ ਕਹਿੰਦਾ ਕਿ 9:30 ਤੇ ਚਾਹੀਦਾ ਤਾਂ 9:15 ਤੇ ਆਓ। You see, when you go to the airport, they tell you come 3 hours before. ਤੇ ਜਦੋਂ ਤੁਸੀਂ 에어ਪੋਰਟ ਤੇ ਜਾਂਦੇ ਹੋ ਤੁਹਾਨੂੰ ਕਹਿੰਦੇ ਕਿ 3 ਘੰਟੇ ਪਹਿਲਾਂ ਆਓ। Do you go 1 hour before? ਕੀ ਤੁਸੀਂ ਉੱਥੇ 1 ਘੰਟਾ ਪਹਿਲਾਂ ਜਾਂਦੇ ਹੋ? No, because they'll throw you out. ਕਿਉਂਕਿ ਜੇ ਤੁਸੀਂ 1 ਘੰਟਾ ਪਹਿਲਾਂ ਜਾਓਗੇ ਤੁਹਾਨੂੰ ਬਾਹਰ ਕੱਢ But ਦੇਣਗੇ। when he comes to the house of God, it's okay, don't worry. ਤੇ ਪਰ ਜਦੋਂ ਤੁਸੀਂ ਪਰਮੇਸ਼ਰ ਦੇ ਘਰ ਵਿੱਚ ਲੇਟ ਜਾਂਦੇ ਹੋ ਫਿਰ ਕਹਿੰਦੇ ਨੇ ਕੋਈ ਗੱਲ ਨਹੀਂ। So whatever situation, whatever role you are playing in the church, ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲਬਾਤ ਕੋਈ ਵੀ ਜਿਹੜਾ ਰੋਲ ਤੁਸੀਂ ਨਿਭਾ ਰਹੇ ਹੋ ਚਰਚ ਦੇ ਵਿੱਚ, if you are serving under somebody, under a leader, ਤੇ ਕਈ ਜਿਵੇਂ ਕਿ ਤੁਸੀਂ ਅਗਰ ਸੇਵਾ ਕਰ ਰਹੇ ਹੋ ਕਿਸੇ ਲੀਡਰ ਦੇ ਅੰਡਰ ਹੋ ਕੇ ਉਹਦੇ ਅੰਡਰ ਹੋ ਕੇ, you have to respect that leader, ਤੇ ਤੁਹਾਨੂੰ ਉਸ ਦੀ ਇੱਜ਼ਤ ਕਰਨੀ ਚਾਹੀਦੀ, ਉਸ ਲੀਡਰ listen to that leader. ਤੇ ਉਸ ਲੀਡਰ ਦੀ ਸੁਣਨੀ ਵੀ ਚਾਹੀਦੀ। I'll just use an example of worship since I'm talking about worship. I'll just use an example because Aman, she's in charge of worship. ਤੇ ਮੈਂ ਹੁਣ ਇੱਕ ਐਗਜ਼ਾਮਪਲ ਦੇਣੀ ਚਾਹਾਂਗਾ ਜਿਵੇਂ ਕਿ ਅਮਨ ਸਿਸਟਰ ਨੇ ਉਹ ਵਰਸ਼ਿਪ ਦੇ ਲੀਡਰ ਨੇ, If she says for you to come here 9:30 so that everybody is here to worship together, ਤੇ ਜੇ ਉਹ ਕਵੇ ਕਿ ਸਾਡੇ ਨਾਲ ਤੁਹਾਨੂੰ ਸਭ ਨੂੰ ਇੱਥੇ ਆਉਣਾ ਚਾਹੀਦਾ ਹੈ ਕਿ ਅਸੀਂ ਵਰਸ਼ਿਪ ਦੀ ਟ੍ਰੇਨਿੰਗ ਕਰਾਂਗੇ, ਥੋੜੀ ਜਿਹੀ ਪ੍ਰੈਕਟਿਸ ਕਰਾਂਗੇ, and Aman Kumar decides, no, I'm coming here at 10 o'clock. ਤੇ ਅਮਨ ਕੁਮਾਰ ਕਹਿੰਦੇ ਮੈਂ ਤਾਂ 10 ਵਜੇ ਆਉਂਗਾ, And then he comes here and he says, oh, I got beautiful voice, I can sing and God is listening. No, sorry. If he comes at 10 o'clock and starts to say, you know, I'm a very good singer, I can do all this. ਤੇ ਅਗਰ ਉਹ 10 ਵਜੇ ਆ ਕੇ ਕਹੇ ਕਿ ਮੈਂ ਬੜਾ ਅੱਛਾ ਸਿੰਗਰ ਹਾਂ, ਮੈਂ ਸਾਰਾ ਕੁਝ ਹੈਂਡਲ ਕਰ ਲੂੰ, ਟੈਨਸ਼ਨ ਨਾ ਲਓ, First of all, he's in disobedience to the leader. ਪਹਿਲੀ ਚੀਜ਼ ਉਹਨੇ ਆਣਾ ਕਿਆ ਕਰੀ ਕਿ ਆਪਣੇ ਆਪ ਦੇ ਜਿਹੜਾ ਲੀਡਰ ਸੀ ਉਹਦੀ ਨਹੀਂ So ਸੁਣੀ। do you think God is going to listen to his worship and praise? ਤੇ ਤੁਹਾਨੂੰ ਕੀ ਲੱਗਦਾ ਫਿਰ ਪਰਮੇਸ਼ਰ ਇਹਦੀ ਸੁਣੂਗਾ? Little things like this matter. ਕਿਉਂਕਿ ਇੱਕ ਛੋਟੀ ਚੀਜ਼ਾਂ ਸੋਚੋ ਦੇਖੋ, That's why I've noticed some people, whatever role that you're in, come early. ਇਸੇ ਕਰਕੇ ਮੈਂ ਸਾਰੇ ਮੇਰੇ ਭੈਣ ਭਰਾਵਾਂ ਨੂੰ ਦੇਖ ਰਿਹਾ, ਠੀਕ ਹੈ, ਕਿ ਜੋ ਵੀ ਤੁਹਾਨੂੰ ਰੋਲ ਦਿੱਤਾ ਗਿਆ ਕਿਸੇ ਵੀ ਚੀਜ਼ ਕਰਨ ਦੇ ਲਈ ਜੋ ਸਮਾਂ ਦਿੱਤਾ ਉਹ ਤੋਂ ਪਹਿਲਾਂ ਉਡਾਇਆ ਕਰੋ, ਹਰ ਇੱਕ ਜੋ ਵੀ ਚੀਜ਼ਾਂ ਨਿਭਾ ਰਹੇ ਹੋ ਤੁਸੀਂ So ਸਭ all these things we were talking because we are looking at how to get closer to God. ਕਿਉਂਕਿ ਇਹ ਸਾਰੀਆਂ ਚੀਜ਼ਾਂ ਅਸੀਂ ਕਿਉਂ ਦੇਖ ਰਹੇ ਹਾਂ ਆਪਣੀ ਜ਼ਿੰਦਗੀ ਦੇ ਵਿੱਚ ਤਾਂ ਕਿ ਅਸੀਂ ਰਿਮੂਵ ਕਰਕੇ ਸਹੀ ਬਣ ਕੇ ਪਰਮੇਸ਼ਰ ਦੇ Let me ਨੇੜੇ ਜਾ ਸਕੀਏ। just let me read them one more time before we close. ਤੇ ਅਸੀਂ ਕਲੋਜ਼ ਕਰਨ ਤੋਂ ਪਹਿਲਾਂ ਸਾਰੇ ਪੁਆਇੰਟ ਤੁਹਾਨੂੰ ਫਿਰ ਤੋਂ ਦੱਸ ਦੇਣਾ। Meet with God before anyone else and make him your first priority. ਪਹਿਲਾਂ ਸਭ ਤੋਂ ਪਰਮੇਸ਼ਰ ਨੂੰ ਮਿਲੋ ਬਜਾਏ ਕਿਸੇ ਹੋਰ ਦੇ, ਤੇ ਪਰਮੇਸ਼ਰ ਨੂੰ ਪਹਿਲ ਦੇ ਦਰ ਤੇ ਰੱਖੋ। Second was study the word. ਤੇ ਪਰਮੇਸ਼ਰ ਦੇ ਵਚਨ ਨੂੰ ਹਮੇਸ਼ਾ ਪੜ੍ਹੋ। Prioritize the prayer. Put it first priority. ਤੇ ਪ੍ਰੇਅਰ ਨੂੰ ਕੀ ਪਹਿਲੀ ਪ੍ਰਾਇੋਰਟੀ ਰੱਖੋ, ਪਹਿਲੇ ਦਰ ਤੇ ਰੱਖੋ। Fourth was get involved in small Bible groups. ਤੇ ਹਰ ਸਮੇਂ ਆਪਣੇ ਆਪ ਨੂੰ ਕੀ ਹੈ ਉਹਨਾਂ ਸਮਾਲ ਗਰੁੱਪਸ ਦੇ ਵਿੱਚ ਕੀ ਹੈ ਇਨਵੋਲਵ ਕਰਦੇ ਰਹੋ, ਜਾਂਦੇ ਰਹੋ ਉਹਦੇ ਵਿੱਚ। Then was die to self. ਤੇ ਆਪਣੇ ਆਪ ਨੂੰ ਕੀ ਆਪਣੀ ਜ਼ਿੰਦਗੀ ਨੂੰ ਖਤਮ ਕਰੋ। Then was transform your thoughts. ਤੇ ਆਪਣੀਆਂ ਸੋਚਾਂ ਨੂੰ ਬਦਲੋ।
And the last one was serve others. ਤੇ ਲਾਸਟ ਚੀਜ਼ ਕੀ ਸੀ ਕਿ ਦੂਸਰਿਆਂ ਦੀ ਸੇਵਾ ਕਰੋ। Amen. ਆਮੇਨ। This, when you start to, these are just a few. There are a lot more. ਇਹ ਬਹੁਤ ਥੋੜੇ ਆ, ਬੜੇ ਹੋਰ ਵੀ ਹੈ ਪੁਆਇੰਟ। But if you just start to do this, you will see a change in your life. ਅਗਰ ਤੁਸੀਂ ਇਹ ਜਿਹੜੇ ਪੁਆਇੰਟ ਤਾਂ ਦੱਸੇ ਗਏ ਨੇ ਕਿ ਇਹਨਾਂ ਦੇ ਉੱਤੇ ਧਿਆਨ ਲਾਓਗੇ ਤੇ ਤੁਸੀਂ ਆਪਣੇ ਆਪ ਦੇ ਵਿੱਚ ਬਦਲਾਅ ਦੇਖੋਗੇ। I've seen changes. I've used few of them. I've used few of them and I've seen changes. ਤੇ ਮੈਂ ਦੇਖਿਆ ਥੋੜੇ ਜਿਹੇ ਕਿ ਕਈਆਂ ਦੇ ਵਿੱਚ ਬਦਲਾਅ ਦੇਖਿਆ ਵੀ ਹੈ। So I asked you the question right at the start. Who wants to draw closer to God? ਤੇ ਹੁਣ ਮੈਂ ਤੁਹਾਨੂੰ ਫਿਰ ਤੋਂ ਉਹੀ ਕੁਐਸਚਨ ਪੁੱਛਣਾ ਚਾਹੁੰਦਾ ਕਿ ਕਿੰਨੇ ਜਣੇ ਚਾਹੁੰਦੇ ਆ ਕਿ ਅਸੀਂ ਪਰਮੇਸ਼ਰ ਦੇ ਕਰੀਬ ਜਾਣਾ ਚਾਹੁੰਦੇ ਹਾਂ। So after hearing all these things, serving God and coming early and serving, how many of you still want to serve God? ਤੇ ਹੁਣ ਆ ਜੋ ਚੀਜ਼ਾਂ ਸੀ ਕਈਆਂ ਨੇ ਕਿ ਸਮੇਂ ਤੇ ਆਉਣਾ ਜਾਂ ਸਮੇਂ ਤੇ ਹਰ ਇੱਕ ਚੀਜ਼ ਨੂੰ ਕਰਨਾ ਤਾਂ ਸੇਵਾ ਕਰਨੀ ਹਰ ਇੱਕ ਦੀ, ਇਹ ਸਾਰੀਆਂ ਚੀਜ਼ਾਂ ਜੋ ਪ੍ਰਚਾਰ ਚ ਹੋਈਆਂ ਜੋ ਬੋਲਿਆ ਗਿਆ ਉਹਨਾਂ ਨੂੰ ਸੁਣਨ ਤੋਂ ਬਾਅਦ ਹੁਣ ਕਿੰਨੇ ਜਣੇ ਚਾਹੁੰਦੇ ਕਿ ਅਸੀਂ ਪਰਮੇਸ਼ਰ ਦੇ ਕਰੀਬ ਜਾ ਕੇ ਉਹਦੀ ਸੇਵਾ ਕਰਨਾ ਚਾਹੁੰਦੇ ਹਾਂ। Good. So that means you have to die to yourself. It's not you anymore. ਤੇ ਹੁਣ ਇਹਦਾ ਮਤਲਬ ਇਹ ਹੈ ਕਿ ਤੁਸੀਂ ਆਪਣੇ ਆਪ ਨੂੰ ਮਾਰ ਲਿਆ ਤੇ ਤੁਹਾਡੀ ਜ਼ਿੰਦਗੀ ਖਤਮ ਹੋਣੋਂ ਨਵੀਂ। So I hope there's a watching online as well, so you understand what we were talking about. And if you follow the same points that we spoke about, ਤੇ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਜਿੰਨੇ ਵੀ ਆਨਲਾਈਨ ਮੇਰੇ ਭੈਣ ਭਰਾ ਦੇਖ ਰਹੇ ਨੇ ਉਹਨਾਂ ਨੇ ਵੀ ਜੋ ਅੱਜ ਦੇ ਪੁਆਇੰਟ ਸੁਣੇ ਆ ਤੇ ਉਹਨਾਂ ਨੇ ਵੀ ਉਸ ਚੀਜ਼ ਤੇ ਕੰਮ ਕੀਤਾ ਹੈ। if you have never heard God speak to you before, go to a quiet place. ਤੇ ਅੱਜ ਵੀ ਅਗਰ ਤੁਸੀਂ ਸਮਝ ਰਹੇ ਹੋ ਕਿ ਪਰਮੇਸ਼ਰ ਨੇ ਤੁਹਾਡੇ ਨਾਲ ਕਦੇ ਗੱਲਬਾਤ ਨਹੀਂ ਕੀਤੀ ਤਾਂ ਸ਼ਾਂਤੀ ਵਾਲੀ ਜਗ੍ਹਾ ਤੇ ਜਾਓ And you will see heaven. ਤੇ ਫਿਰ ਤੁਸੀਂ ਦੇਖੋਗੇ ਉਹ ਚੀਜ਼ ਹੋਈ ਕਿ ਪਰਮੇਸ਼ਰ ਨਾਲ ਗੱਲਬਾਤ Do ਕਰੇਗਾ। not stay in a place that's crowded. ਉਸ ਜਗ੍ਹਾ ਤੇ ਨਾ ਜਾਓ ਜਿਹੜੀ ਭੀੜ ਭੜੱਕੇ ਵਾਲੀ ਜਗ੍ਹਾ, It's too much of a distraction. ਕਿਉਂਕਿ ਫਿਰ ਤੁਹਾਡਾ ਜਿਹੜਾ ਧਿਆਨ ਆ ਬਹੁਤ ਭਟਕੇਗਾ। Amen. So with this, I'm going to close. ਤੇ ਇਹਦੇ ਨਾਲ ਹੀ ਮੈਂ ਹੁਣ ਇੱਥੇ ਖਤਮ ਕਰਾਂਗਾ। And I hope that it has helped you to understand how to draw closer to God. ਤੇ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਤੁਹਾਡੀ ਇਸ ਚੀਜ਼ ਨੇ ਮਦਦ ਕੀਤੀ ਹੋਗੀ ਕਿ ਕਿਸ ਤਰ੍ਹਾਂ ਅਸੀਂ ਪਰਮੇਸ਼ਰ ਦੇ ਕਰੀਬ ਜਾ ਸਕਦੇ ਹਾਂ। These points helped me, so I'm just trying to give it to you so that it will be of help. ਕਿਉਂਕਿ ਇਹਨਾਂ ਪੁਆਇੰਟਾਂ ਨੇ ਮੇਰੀ ਮਦਦ ਕੀਤੀ ਹੈ ਤੇ ਉਹੀ ਪੁਆਇੰਟ ਅੱਜ ਮੈਂ ਤੁਹਾਡੇ ਮੂਹਰੇ ਰੱਖਿਆ ਕਿ ਤੁਹਾਡੀ ਵੀ ਮਦਦ ਹੋ ਸਕੇ। Amen. ਆਮੇਨ।